प्रसन्न बिसन की माया ते होए भिन्न कर्म करत होवै निह कर्म तिस बैसनो का निर्मल धर्म काहू फल की इच्छा नहीं बाछा केवल भगत कीर्तन संग राचा मन तन अंतर सिमरन गोपाल सब ऊपर होवत कृपाल आप दृढ़ा अवरह नाम जपावा नानक ओहो बैसनो परम गत पावा आप दृढ़ा अवरह नाम जपावा नानक ओहो बैसनो परम गत पावा। वाहिगुरु जी का खालसा वाहिगुरु जी की फतेह। सच्चे पातशाह दीन दुनिया दे मालिक जागदी जोत शब्दा अवतार 10 पातशाहियां दे आत्मक स्वरूप धन साहिब श्री गुरु ग्रंथ साहिब जी महाराज हजूर दी परम दया सदका आप जी सतसंगत विच बैठ करके अमोलक सवासां नूं सफलियां कर रहे हो। सच्चे पातशाह जी दी याद विच बैठण नाल जीव दे जन्मां जन्मांतरां दे दोष लथ जांदे है। इस तरह का अदुੱਤੀ इशनान हुंदा है कि मन स्वच्छ हो जाता है। एक ऐसे सुख का अनुभव हुंदा है जिहड़ा संसार दे पदार्थां तो नहीं प्राप्त हुंदा। कलयुग दे अंदर सत्संगत अदुੱਤੀ है, आश्चर्य है, विस्माद है। सतगुरु जी ने तरस करके सत्संगत दा स्वरूप बनाउणा कीता। कलयुगी जियां दे भले वास्ते वडभागी हो आप पंथ दे महान पवित्र स्थान तखत सचखंड श्री हजूर श्री अबचल नगर साहिब विखे दर्शन दीदार करते हुए संगत दा सुख मान रहे हो। अज साध संगत जी पावन अस्थानां ते सालाना जोड़ मेला मनाउंदियां होयां शब्द चौंकी दी प्रारंभता हुई है। गुरुद्वारा नानकसर साहिब, गुरुद्वारा नानकपुरी साहिब, बिशनपुरी अते बंदा घाट साहिब
ਅੱਜ ਦੇ ਦਿਨ ਗੁਰਸਿੱਖ ਸੰਗਤਾਂ ਇਕੱਤਰ ਹੋ ਕਰਕੇ ਦੀਵਾਨ ਸਜਾਉਂਦੀਆਂ ਨੇ। ਇਹ ਸਾਰੇ ਅਸਥਾਨਾਂ ਦੀ ਇੱਕ ਦਿਨ ਹੀ ਜਿਹੜੀ ਹੈ ਸ਼ਬਦ ਚੌਂਕੀ ਜੋੜ ਮੇਲਾ ਹੁੰਦਾ ਹੈ। ਸ਼ਬਦ ਚੌਂਕੀ ਸਾਧ ਸੰਗਤ ਜੀ ਜੋ ਸ਼ਬਦਾਂ ਦਾ ਜਾਪ ਕਰਦਿਆਂ ਹੋਇਆਂ ਪਰਿਕਰਮਾ ਕੀਤੀ ਜਾਂਦੀ ਹੈ ਉਹਨੂੰ ਸ਼ਬਦ ਚੌਂਕੀ ਕਹਿੰਦੇ ਹੈ। ਇਹ ਜਿਵੇਂ ਅਰਦਾਸ ਵਿੱਚ ਵੀ ਆਪਾਂ ਜ਼ਿਕਰ ਕਰਦੇ ਹਾਂ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ। ਚਾਰ ਪਾਵਿਆਂ ਵਾਲੇ ਪਲੰਘੇ ਨੂੰ ਵੀ ਚੌਂਕੀ ਕਹਿ ਦਿੰਦੇ ਹੈ, ਪਰ ਇਹ ਸ਼ਬਦ ਚੌਂਕੀ ਹੈ। ਭਾਵ ਚਾਰ ਚੁਫੇਰੇ ਪਰਿਕਰਮਾ ਕਰਦਿਆਂ ਹੋਇਆਂ ਸ਼ਬਦਾਂ ਦਾ ਗਾਇਨ ਕਰਨਾ। ਇਹ ਰੀਤ ਬਾਬਾ ਬੁੱਢਾ ਸਾਹਿਬ ਜੀ ਨੇ ਤੋਰੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ ਤੇ ਸਾਰੇ ਹੀ ਯਤਨ ਚਾਹੁੰਦੇ ਸਨ ਇਹ ਕਰਨੇ ਕਿ ਮਹਾਰਾਜ ਕਿਵੇਂ ਅੰਮ੍ਰਿਤਸਰ ਸਾਹਿਬ ਆਉਣ। ਡਾਢਾ ਚਿਰ ਹੋ ਗਿਆ, ਦਰਸ਼ਨ ਨਹੀਂ ਹੋਏ। ਮਾਤਾ ਜੀ ਦੀ ਵੀ ਇੱਛਾ ਏ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੀ, ਗੁਰੂ ਸਾਹਿਬ ਸਮਰੱਥ ਨੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਕੈਦ ਨਹੀਂ ਪਾ ਸਕਦਾ। ਆਪਾਂ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਤੇ ਅਰਦਾਸ ਰੂਪ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਸ਼ਬਦਾਂ ਦਾ ਗਾਇਨ ਆਰੰਭ ਕੀਤਾ ਜਿਨ੍ਹਾਂ ਨੂੰ ਸ਼ਬਦ ਚੌਂਕੀ ਦੇ ਰੂਪ ਵਿੱਚ ਸਾਧ ਸੰਗਤ ਜੀ ਅੱਜ ਵੀ ਸਿੱਖ ਸੰਗਤਾਂ ਨੇ ਕਾਇਮ ਰੱਖਿਆ। ਹਰਿਮੰਦਰ ਸਾਹਿਬ ਜੀ ਦੇ ਅੰਦਰ ਉਵੇਂ ਹੀ ਸੰਗਤਾਂ ਪਿਆਰ ਨਾਲ ਸ਼ਬਦਾਂ ਦਾ ਗਾਇਨ ਕਰਦੀਆਂ ਨੇ। ਸ਼ਬਦ ਚੌਂਕੀ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਆਉਂਦੀ ਹੈ। ਜਿਵੇਂ ਤਖਤ ਸਾਹਿਬ ਤੋਂ ਨਿਸ਼ਾਨ ਸਾਹਿਬ ਦੀ ਛਤਰ ਸਾਇਆ ਥੱਲੇ ਇਹ ਸ਼ਬਦ ਚੌਂਕੀ ਆਰੰਭ ਹੁੰਦੀ ਹੈ। ਪਾਵਨ ਅਸਥਾਨਾਂ ਤੇ ਸਤਿਗੁਰੂ ਜੀ ਦੇ ਯਾਦ ਵਿੱਚ ਜੋੜ ਮੇਲੇ ਸੰਗਤਾਂ ਮਨਾਉਂਦੀਆਂ ਹਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਸ ਆਸਥਾਨ ਤੇ ਆਉਣਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਜੋ ਚਿਰੰਜੀਵੀ ਮੰਨੇ ਜਾਂਦੇ ਆ ਨੌਨਾਥ, ਉਹਨਾਂ ਨੂੰ ਹਜ਼ੂਰ ਨੇ ਦਰਸ਼ਨ ਦੇਣਾ। ਫਿਰ ਇਸ ਅਸਥਾਨ ਦੀ ਜਿੱਥੇ ਆਪ ਸਜੇ ਬੈਠੇ ਹੋ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਮਹਿਮਾ ਕਹਿਣੀ। ਫਿਰ ਸੱਚੇ ਪਾਤਸ਼ਾਹ ਨੇ 10ਵੇਂ ਜਾਮੇ ਵਿੱਚ ਇਹ ਅਸਥਾਨ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ। ਸੱਚੇ ਪਾਤਸ਼ਾਹ ਇੱਧਰੋਂ ਦੀ ਹੁੰਦੇ ਹੋਏ ਮਹਾਰਾਜ ਜੀ ਨੇ ਨਾਨਕ ਝੀਰਾ ਸਾਹਿਬ ਬਿਦਰ ਵਿਖੇ ਸਤਿਗੁਰਾਂ ਜੀ ਨੇ ਚਰਨ ਪਾਏ ਸੀਗੇ। ਇਹ ਸਤਿਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਉੱਥੇ ਵੀ ਵੱਡਾ ਸੁੰਦਰ ਅਸਥਾਨ ਬਣਿਆ ਹੋਇਆ ਹੈ। ਜੋੜ ਮੇਲੇ ਸ਼ਬਦ ਚੌਂਕੀ ਉੱਥੇ ਵੀ ਜਦੋਂ ਸਤਿਗੁਰੂ ਜੀ ਦਾ ਪਵਿੱਤਰ ਪ੍ਰਕਾਸ਼ ਗੁਰਪੁਰਬ ਆਉਂਦਾ ਏ, ਇੱਥੋਂ ਨਿਸ਼ਾਨ ਸਾਹਿਬ ਤਖਤ ਸਾਹਿਬ ਤੋਂ ਜਾਂਦੇ ਹੈ। ਬਹੁਤ ਰੌਣਕਾਂ ਹੁੰਦੀਆਂ। ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਤੇ ਉੱਥੇ ਮਹੱਲਾ ਵੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਉਂ ਚੇਤੇ ਕਰਦਿਆਂ ਮਹਾਰਾਜ ਜੀ ਦੇ ਅਸਥਾਨਾਂ ਦੇ ਚਰਨ ਧੂੜ ਨੂੰ ਪਰਸਦਿਆਂ ਇਹ ਜੋੜ ਮੇਲੇ ਸਾਲ ਬਾਅਦ ਰਵਾਇਤਾਂ ਮੁਤਾਬਕ ਮਨਾਏ ਜਾਂਦੇ ਹੈ। ਫਿਰ ਬੰਦਾ ਘਾਟ ਸਾਹਿਬ ਜੀ ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਯਾਦ ਵਿੱਚ ਪਵਿੱਤਰ ਅਸਥਾਨ ਹੈ, ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕੀਤਾ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਨੇ ਸੰਕੇਤ ਦਿੱਤਾ ਸੀ ਜੈਤ ਰਾਮ ਮਹੰਤ ਨੂੰ ਕਿ ਅਸੀਂ ਨੰਦੇੜ ਜਾ ਰਹੇ ਹਾਂ, ਉਹ ਮਾਧੋ ਦਾਸ ਬੈਰਾਗੀ ਦੀਆਂ ਸ਼ਕਤੀਆਂ ਤੋਂ ਵਾਕਫ ਹੋਣ ਕਰਕੇ ਉਸਨੇ ਆਖਿਆ ਸੀ ਮਹਾਰਾਜ ਨੂੰ
कि महाराज तुसीं उस बैरागी दे डेरे ना जाओ, वो बड़ी बेपत्ती करदा है, बड़ा उन्नू शक्तियां दा गरूर है, ते महाराज उस वीर वस कीते हुए है। इस करके साडी ये बेनती है कि तुसीं उस दे डेरे विच ना जाओ। सतगुरु जी हस पे, बड़ी उन्होंने माधोदास बैरागी की ताकत कथन की। हजूर तां उन्नू ही सेध देण लई आ रहे है। महाराज जी ने आख्या, जैत राम तू अपने 2 बैरागी साडे नाल भेज दे, जाना तां असीं उत्थे है, जो उत्थे वरतेगा वो तेनू आके दसणगे कि उत्थे की वरतारा वरतिया। फिर जैत राम दे 2 जिहड़े सी ना बैरागी साधु वो नाल आए। ये वैष्णव मत नू धारण करके साधना करदा सीगा जैत राम। सतगुरु जी जदों आए है तो फिर सच्चे पातशाह जी महाराज 12 दरी विच उस पलंगे ते आ करके सज गए, जिस पलंगे नू माधोदास पलट दिया करदा सी। गोदावरी विच इशनान करन उतरिया होया है। इस दे चेलियां ने सारी खबर दिती है। इन्हें सारियां शक्तियां ला लईयां, पर हजूर दा पलंगा ना पलट सकिया। सच्चे पातशाह जी महाराज दी बाबत अपने चेलियां नू पुछदा है। जदों कोई वाह नहीं चली, अजे महाराज दे सामने नहीं आया, पर अंदर ही अंदर घबरा गया है। इनू पता लग गया कोई भारी पुरख है, क्योंकि ज्ञानी ज्ञान सिंह जी जिक्र करते हैं कि भैरों जती दे वीर छड्डे ते वो आके कहंदे आ, माधोदास सानू तां इउं लगदा जिवें पलंगे दे उत्ते भैरों आप बैठा होया। हनुमान दे वीर आए कहंदे आ, सानू इउं लगदा जिवें साडा इष्ट हनुमान बैठा होया। इउं सारियां नू वखरे वखरे ढंग नाल महाराज दा दर्शन हो रहा है। सच्चे पातशाह जी महाराज दी बाबत फिर जिन्हां चेलियां ने वेखिया सी उन्हां नू पुछया ते उन्हां ने दसिया कि माधोदास उन्हां दे सीस ते कलगी साहब झूल रही है। जे उन्हां दे चेहरे अल वेखीए ते वेखदे ठंड पैंदी है। गल विच पई हुई माला दसदी है कोई बहुत वड्डे भगत ने, पर उन्हां दे गातरे सजे हुए शस्त्र दसदे ने कि बड़े तगड़े सिपा सलार हन। असीं उन्हां बारे निर्णय नहीं कर पाए कि वो कौन ने। माधोदास दे मन विच ही ये भाव बन रहा सी कि गुरु गोबिंद सिंह साहब जी महाराज ना होण। फिर सतगुरु जी दे सामने आउणा, सच्चे पातशाह दा दर्शन वेख के चरनां ते माधोदास टै पिया। महाराज जी ने पूछया, कौन है? महाराज, बंदा हाँ तुहाडा। फिर सतगुरु जी ने कहा कि बंदियां वाले कारज करीदे है, घर आयां दी इज्जत थोड़ो लाही दी है। इउं सच्चे पातशाह जी दे कहण तो माधोदास बैरागी दे जीवन विच उदों फिर तब्दीली आई है। सच्चे पातशाह जी महाराज दे चरनां विच संगत करन लग्या ते सवेरे शाम सजे दीवान विच आउणा, गुरबाणी दी कथा सुननी, इतिहास दी कथा सुननी। सतगुरु जी दे कोलों माधोदास ने सारा इतिहासक जो वाक्य सन, वड्डियां सतगुरां जी दा इतिहास सुनिया। फिर श्री आनंदपुर साहब दे युद्धां दी वारता सुनी, चमकौर साहब दा साका सुनिया। जदों महाराज सरहंद दा साका सुनाया ते बैरागी दे ठंडे खून ने फिर उबाला खादा। सतगुरु जी दे चरनां विच खलो के माधोदास ने आख्या सी, महाराज जिस सरहंद विच एडा कहर होया है, मैं उस सरहंद नूं तबाह कर देंगा, इट नाल इट खड़का देंगा। सतगुरु जी ने फिर उसनूं अमृत दी दात दिती, गुरबख्श सिंह नाम दिता सी माधोदास नूं, ते प्रचलित नाम बाबा बंदा सिंह जी बहादुर होया, क्योंकि महाराज ने पूछया कौन है? महाराज आप दा बंदा हाँ। ये नाम आप जी दा प्रसिद्ध होया। नाम महाराज ने अमृत तो बाद बाबा गुरबख्श सिंह, भाई गुरबख्श सिंह, ये नाम दिता सी। सच्चे पातशाह ने बेअंत बख्शिशां दित्तियां, अपने तीर दिते,
ਸੱਚੇ ਪਾਤਸ਼ਾਹ ਨੇ ਜਰਨੈਲ ਥਾਪ ਕੇ ਪੰਜਾਬ ਨੂੰ ਤੋਰਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੀ ਉੱਠੀ ਹੋਈ ਹਨੇਰੀ ਨੂੰ ਐਸੀ ਠੱਲ ਪਾਈ, ਜਿਹੜੇ ਜਿਹੜੇ ਦੋਖੀ ਸਨ ਚੁਣ ਚੁਣ ਕੇ ਮਾਰੇ, ਖਾਲਸਾ ਰਾਜ ਸਥਾਪਿਤ ਕੀਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲੋਹ ਪੁਰਸ਼ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਵੀ ਅਸਥਾਨ ਤੇ ਅੱਜ ਸੰਗਤਾਂ ਨੇ ਜੋੜ ਮੇਲੇ ਦੇ ਰੂਪ ਵਿੱਚ ਇਕੱਤਰ ਹੋਣਾ ਹੈ। ਤੋ ਇਹ ਅੱਜ ਸਾਲਾਨਾ ਜੋੜ ਮੇਲਾ ਹੋਣ ਕਰਕੇ ਸੂਖਸ਼ਮ ਰੂਪ 'ਚ ਬੇਨਤੀ ਕੀਤੀ ਹੈ। ਮਹਾਰਾਜ ਦੀ ਪਵਿੱਤਰ ਬਾਣੀ ਦੀ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਇਹ ਨਾਵੀਂ ਅਸ਼ਟਪਦੀ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਸਤਿਗੁਰੂ ਜੀ ਦੇ ਕੋਲੋਂ ਸਿੱਖਾਂ ਨੇ ਅਪਰਸ ਦੇ ਲੱਖਣ ਪੁੱਛੇ ਸੀ, ਜੋ ਮਹਾਰਾਜ ਪਹਿਲੀ ਪੌੜੀ ਵਿੱਚ ਤੇ ਸ਼ਲੋਕ ਵਿੱਚ ਮਹਾਰਾਜ ਬਖਸ਼ਿਸ਼ ਕੀਤੀ ਕਿ ਜਿਹੜਾ ਅਸ਼ੋਭ ਪੁਰਖ ਹੁੰਦਾ ਹੈ, ਅਸੰਗ ਪੁਰਖ ਹੁੰਦਾ ਹੈ, ਨਿਰਲੇਪ ਪੁਰਖ ਹੁੰਦਾ ਹੈ, ਉਹਦੇ ਕੀ ਲੱਖਣ ਹੁੰਦੇ ਆ, ਜਿਹਨੂੰ ਕਦੇ ਵਕਾਰ ਨਹੀਂ ਛੋਹ ਸਕਦੇ, ਬਿਰਤੀ ਵਿੱਚ ਵੀ ਜਿਹਨੂੰ ਆ ਕਰਕੇ ਪਾਪ ਨਹੀਂ ਛੋਹ ਸਕਦਾ, ਫੁਰਨੇ ਵਿੱਚ ਵੀ ਜਿਹਨੂੰ ਵਾਸ਼ਨਾ ਨਹੀਂ ਆ ਕਰਕੇ ਸਪਰਸ਼ ਕਰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਉਹਦੇ ਲੱਖਣ ਨੇ ਕਿ ਉਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੁੰਦਾ ਹੈ। ਨੇਤਰਾਂ ਕਰਕੇ ਜਿੱਧਰ ਨੂੰ ਵੀ ਵੇਖਦਾ ਉਹਨੂੰ ਪਰਮੇਸ਼ਰ ਦਾ ਹੀ ਦੀਦਾਰ ਹੁੰਦਾ ਹੈ। ਨਿਮਖ ਨਿਮਖ ਕਾਲ ਵਿੱਚ ਵਾਹਿਗੁਰੂ ਨੂੰ ਨਮਸਕਾਰਾਂ ਕਰਦਾ ਏ। ਮਹਾਰਾਜ ਕਹਿੰਦੇ ਐ ਇਹੋ ਜਿਹਾ ਜਿਹੜਾ ਪੁਰਖ ਹੁੰਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਅਪਰਸ ਪੁਰਖ ਵੈ, ਅਸੰਗ ਪੁਰਖ ਵੈ, ਨਿਰਲੇਪ ਪੁਰਖ ਵੈ। ਉਹਦੇ ਉਪਦੇਸ਼ ਕਰਕੇ, ਉਹਦੀ ਸੰਗਤ ਕਰਕੇ ਕੁੱਲ ਦੁਨੀਆ ਤਰ ਸਕਦੀ ਹੈ। ਇਸ ਸੰਸਾਰ ਤੋਂ ਜੀਆਂ ਦਾ ਭਲਾਉ ਕਰਨ ਦੇ ਸਮਰੱਥ ਹੁੰਦਾ ਜਿਹੜਾ ਇਹੋ ਜਿਹਾ ਪੁਰਖ ਹੋਵੇ। ਜੇ ਆਪਣਾ ਮਨ ਮਾਇਆ ਵਿੱਚ ਲਿਪਟਿਆ ਹੋਇਆ ਹੈ, ਦੂਸਰੇ ਦਾ ਕਿਵੇਂ ਉਹ ਨਿਰਲੇਪ ਕਰ ਸਕਦਾ? ਜਿਹਦਾ ਆਪਣਾ ਮਨ ਮਾਇਆ ਦੀ ਮੈਲ ਤੋਂ ਨਿਰਲੇਪ ਹੈ, ਅਸ਼ੋਭ ਹੈ, ਜਿਹਨੂੰ ਮਾਇਆ ਛੋਹਦੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੁਰਖ ਦੀ ਸਿੱਖਿਆ ਕਰਕੇ ਕੁੱਲ ਸੰਸਾਰ ਦਾ ਭਲਾ ਹੁੰਦਾ ਹੈ। ਸਤਿਗੁਰੂ ਜੀ ਨੇ ਪਹਿਲੀ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਸੀ, ਮਿੱਥਿਆ ਨਾਹੀਂ ਰਸਨਾ ਪਰਸ। ਮਿੱਥਿਆ ਝੂਠ ਜਿਹਦੀ ਰਸਨਾ ਨੂੰ ਪਰਸਦਾ ਨਹੀਂ ਹੈ, ਫਿਰ ਮਨ ਦੇ ਅੰਦਰ ਵਾਹਿਗੁਰੂ ਦੇ ਦਰਸ਼ਨ ਵੇਖਣ ਦੀ ਪ੍ਰੀਤ ਲੱਗੀ ਹੋਈ ਹੈ। ਨੇਤਰਾਂ ਨਾਲ ਪਰਾਈਆਂ ਇਸਤਰੀਆਂ ਦਾ ਰੂਪ ਨਾ ਜੋ ਵੇਖਦਾ ਹੋਵੇ, ਸਾਧੂ ਦੀ ਟਹਿਲ ਵਿੱਚ ਜਿਸ ਦਾ ਮਨ ਇਕਾਗਰ ਹੋਵੇ, ਤੇ ਸੰਤਾਂ ਦੀ ਜਿਹੜਾ ਹੈ ਮਨ ਸੰਗਤ ਵਿੱਚ ਪ੍ਰੇਮ ਕਰਦਾ ਹੋਵੇ, ਪ੍ਰੇਮ ਸਹਿਤ ਸਾਧੂਆਂ ਦੀ ਟਹਿਲ ਕਰਦਾ ਹੋਵੇ, ਸੇਵਾ ਕਰਦਾ ਹੋਵੇ, ਕੰਨਾਂ ਨਾਲ ਕਦੇ ਵੀ ਕਿਸੇ ਦੀ ਨਿੰਦਾ ਨਾ ਸੁਣਦਾ ਹੋਵੇ, ਕੰਨਾਂ ਨਾਲ ਸਦਾ ਹੀ ਨਾਮ ਸੁਣਨ ਦਾ ਸੁਭਾਅ ਹੋਵੇ। ਮਹਾਰਾਜ ਕਹਿੰਦੇ ਨੇ ਆਪਣੇ ਆਪ ਨੂੰ ਸਭ ਤੋਂ ਭੈੜਾ ਤੇ ਮੰਦਾ ਸਮਝਦਾ ਹੋਵੇ ਕਿ ਮੇਰੇ ਨਾਲੋਂ ਸਾਰੇ ਹੀ ਚੰਗੇ ਐ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ, ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਵਿਸ਼ਿਆਂ ਨੂੰ ਨਾਸ਼ ਕਰ ਦਿੰਦੇ ਆ। ਉਹਨਾਂ ਦੇ ਅੰਦਰੋਂ ਅਭਾਵ ਹੋ ਜਾਂਦੇ ਆ ਵਕਾਰ। ਮਨ ਦੀ ਵਾਸਨਾ ਮਨ ਤੋਂ ਹੀ ਟਾਲ ਦਿੰਦੇ ਆ। ਮਨ ਤੋਂ ਉਪਜੇ ਹੋਏ ਵਕਾਰ ਮਨ ਦੇ ਅੰਦਰ ਹੀ ਭਸਮ ਕਰ ਦਿੰਦੇ ਆ, ਮਨ ਨੂੰ ਅਮਨ ਕਰ ਦਿੰਦੇ ਆ। ਫੁਰਨਿਆਂ ਦਾ ਭਾਵ ਚਲਿਆ ਜਾਂਦਾ ਹੈ। ਜਦੋਂ ਜੀਵ ਇਹਨਾਂ ਨੂੰ ਵਸੀਕਾਰ ਕਰਨ ਵਿੱਚ ਅਸਮਰੱਥ ਹੁੰਦਾ ਹੈ,
ਤੇ ਸੋਚਦਾ ਹੈ ਕਿ ਇਹ ਤਾਂ ਕੋਈ ਆਪਣੇ ਮਨ ਦੇ ਅੰਦਰੋਂ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ, ਇਹ ਕੇਵਲ ਐਵੇਂ ਬਣਾਈਆਂ ਹੋਈਆਂ ਗੱਲਾਂ, ਕਹਿਣ ਦੀਆਂ ਗੱਲਾਂ। ਉਹ ਆਪ ਮੁਕਤ ਨਹੀਂ ਹੋ ਪਾਉਂਦਾ, ਆਪ ਨਹੀਂ ਛੁੱਟਦਾ। ਇਸ ਕਰਕੇ ਉਹ ਸਮਝਦਾ ਹੈ ਕਿ ਸ਼ਾਇਦ ਇਹਨੂੰ ਛੱਡ ਹੀ ਨਹੀਂ ਪਾਈਦਾ। ਜਿਵੇਂ ਸਾਧ ਸੰਗਤ ਜੀ, ਕੀੜੀ ਹੁਣ ਹਵਾਈ ਜਹਾਜ਼ ਦੀ ਗਤੀ ਨੂੰ ਕੀ ਅਨੁਮਾਨ ਲਾ ਸਕਦੀ ਹੈ ਕਿ ਜਹਾਜ਼ ਦੀ ਗਤੀ ਕਿੰਨੀ ਕੁ ਹੁੰਦੀ ਹੈ? ਉਹਦਾ ਅਨੁਮਾਨ ਕੀੜੀ ਕੋਲੋਂ ਨਹੀਂ ਲੱਗ ਸਕਦਾ। ਇਸ ਤਰ੍ਹਾਂ ਜਿਹਦੀ ਬਿਰਤੀ ਸੰਸਾਰ ਦੇ ਅੰਦਰ ਖੁੱਭੀ ਹੋਈ ਹੈ, ਵਕਾਰਾਂ ਦੇ ਵਿੱਚ ਲੱਗੀ ਹੋਈ ਹੈ, ਉਹਨੂੰ ਵਕਾਰਾਂ ਤੋਂ ਮੁਕਤ ਵਾਲੇ ਦੀ ਅਵਸਥਾ ਦਾ ਨਹੀਂ ਪਤਾ ਹੈ। ਉਹ ਉੱਥੇ ਫਸਿਆ ਹੋਇਆ ਇਉਂ ਹੀ ਸੋਚਦਾ ਕਿ ਸਾਰੇ ਇਹਦੇ 'ਚ ਹੀ ਗਲਤਾਨ ਨੇ। ਭਾਵੇਂ ਕਿ ਮਹਾਰਾਜ ਆਖਿਆ, ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ। ਇਹ ਕਾਮ ਕ੍ਰੋਧ ਦਾ ਚੋਲਾ, ਇਹ ਸਰੀਰ ਕਿਉਂਕਿ ਦੇਹ ਬਣੀ ਹੀ ਕਾਮ ਤੋਂ ਹੈ, ਇਹ ਹੀ ਚੋਲਾ ਸਭ ਨੇ ਗਲ ਪਾਇਆ ਹੋਇਆ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਉਹ ਉਹਨੂੰ ਲੱਭ ਲੈਂਦੇ ਆ, ਨਾਮ ਅੰਮ੍ਰਿਤ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ ਆ। ਜਿਹੜਾ ਅੰਦਰ ਅੰਮ੍ਰਿਤ ਦਾ ਭਰਿਆ ਹੋਇਆ ਖੂਹ ਹੈ ਨਾ, ਉਹ ਸਾਧ ਸੰਗਤ ਜੀ ਸ਼ਬਦ ਹੈ, ਕਾਢ ਪੀਐ ਪਨਹਾਰੀ। ਸ਼ਬਦ ਦੇ ਜਾਪ ਨਾਲ ਉਸ ਖੂਹ ਤੋਂ ਉਹ ਨਾਮ ਅੰਮ੍ਰਿਤ ਕੱਢ ਕੇ ਪੀ ਕੇ ਨਿਹਾਲ ਹੁੰਦੇ ਆ। ਤੇ ਜਦੋਂ ਫਿਰ ਵਕਾਰਾਂ ਤੋਂ ਛੁੱਟ ਜਾਂਦੇ ਆ, ਉਹਨਾਂ ਨੂੰ ਉਹ ਸੁੱਖ ਹੁੰਦਾ ਹੈ ਜਿਹੜਾ ਸਾਧ ਸੰਗਤ ਜੀ ਬ੍ਰਹਮਾ ਨੂੰ ਵੀ ਸੁੱਖ ਨਹੀਂ ਹੁੰਦਾ ਹੈ, ਕਿਸੇ ਰਾਜੇ ਨੂੰ ਰਾਜ ਦਾ ਸੁੱਖ ਨਹੀਂ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਜਦੋਂ ਮਨ ਦੇ ਅੰਦਰ ਵਾਸ਼ਨਾ ਉੱਠਦੀ ਹੈ, ਇਹਨੂੰ ਆਪਣੇ ਮਨ ਦੇ ਅੰਦਰ ਹੀ ਖਤਮ ਕਰੇ, ਇੰਦਰੀਆਂ ਤੱਕ ਸਪਰਸ਼ ਨਾ ਕਰਨ ਦੇਵੇ। ਤੇ ਪਰ ਜੇ ਮਨ ਦੇ ਅੱਗੇ ਹਾਰ ਜਾਵੇ, ਕਿਉਂਕਿ ਮਨ ਦੇ ਹਾਰੇ ਹੀ ਜੀਵ ਸੰਸਾਰ ਤੋਂ ਉੱਠ ਨਹੀਂ ਪਾਉਂਦੇ। ਮਨ ਦਾ ਹਾਰਿਆ ਹੀ ਜੀਵ ਇਹ ਜੋ ਕੁਝ ਮਹਾਰਾਜ ਤਿਆਗਣ ਨੂੰ ਕਹਿੰਦੇ, ਇਹਦੇ ਕੋਲੋਂ ਤਿਆਗਿਆ ਨਹੀਂ ਜਾਂਦਾ। ਭਾਵੇਂ ਕਿ ਪਤਾ ਵੀ ਇਹ ਨਾਲ ਤਾਂ ਨਿਭਣਾ ਹੀ ਨਹੀਂ, ਪਰ ਫਿਰ ਵੀ ਤਿਆਗਿਆ ਨਹੀਂ ਜਾਂਦਾ। ਜਿਹੜੀਆਂ ਅੰਤਰੀਵ ਚੀਜ਼ਾਂ ਵਿਆਪਦੀਆਂ ਨੇ, ਉਹ ਨਾ ਤਾਂ ਪਕੜੀਆਂ ਜਾਂਦੀਆਂ। ਜੇ ਤਾਂ ਪਕੜੀਆਂ ਜਾਂਦੀਆਂ ਹੁਣ ਤਾਂ ਫਿਰ ਤਾਂ ਤੇਰੇ ਨਾਲ ਨਿਭਣੀਆਂ, ਤੇ ਵੇਖ ਸੋਚ ਕੇ ਫੜ ਲੈ। ਜਦੋਂ ਉਹ ਤੇਰੇ ਕੋਲੋਂ ਪਕੜੀਆਂ ਹੀ ਨਹੀਂ ਜਾਂਦੀਆਂ, ਸਿਰਫ ਤੂੰ ਉਹਨਾਂ ਕਰਕੇ ਖੁਆਰ ਹੋ ਰਿਹਾ, ਤੇ ਫਿਰ ਗੁਰੂ ਉਪਦੇਸ਼ ਲੈ ਕੇ ਮਹਾਰਾਜ ਦੇ ਨਾਮ ਦਾ ਮਨ ਵਿੱਚ ਮੰਨਣ ਕਰਕੇ ਕਿਉਂ ਨਹੀਂ ਇਸ ਵਾਸ਼ਨਾ ਨੂੰ ਟਾਲਦਾ? ਮਨ ਤੋਂ ਟਾਲ ਦੇ ਇਸ ਵਾਸ਼ਨਾ ਨੂੰ, ਕਿਉਂਕਿ ਮਨ ਦੀ ਵਾਸ਼ਨਾ ਮਨ ਤੋਂ ਹੀ ਮਰਨੀ ਹੈ। ਬਾਹਰੋਂ ਨਹੀਂ ਕੋਈ ਹੋਰ ਤੈਨੂੰ ਦਵਾਈ ਕਿਸੇ ਨੇ ਦੇਣੀ ਕਿ ਉਹਦੇ ਖਾਣ ਨਾਲ ਤੇਰਾ ਮਨ ਇਕਾਗਰ ਹੋ ਜਾਏਗਾ। ਮਨ ਕੀ ਵਾਸਨਾ ਮਨ ਤੇ ਟਰੈ, ਮਨ ਤੋਂ ਹੀ ਟਲੇਗੀ ਜਦੋਂ ਤੇਰਾ ਮਨ ਸਮਝ ਗਿਆ, ਜਦੋਂ ਤੂੰ ਆਪਣੇ ਮਨ ਨੂੰ ਪ੍ਰਬੋਧ ਲਿਆ, ਗਿਆਨ ਦਿੱਤਾ, ਗੁਰੂ ਉਪਦੇਸ਼ ਨਾਲ ਜੋੜਿਆ। ਜਦੋਂ ਬਾਰ-ਬਾਰ ਤੂੰ ਅਰਥ ਭਾਵ ਵਿੱਚ ਆਪਣੀ ਸੁਰਤ ਲਿਆਵੇਂਗਾ, ਗੁਰੂ ਜੀ ਦੇ ਉਪਦੇਸ਼ ਨਾਲ ਪਿਆਰ ਕਰੇਂਗਾ, ਆਪੇ ਤੇਰੇ ਮਨ ਤੋਂ ਵਾਸ਼ਨਾ ਟਲਣੀ ਹੈ, ਖਤਮ ਹੋਣੀ ਹੈ। ਕਿਉਂਕਿ ਮਨ ਰੂਪੀ ਆਸਣ ਦੇ ਉੱਤੇ ਸਾਧ ਸੰਗਤ ਜੀ ਗੁਰੂ ਉਪਦੇਸ਼ ਦਾ ਬੈਠਾ ਹੋਇਆ ਹੀ ਨਹੀਂ। ਗੁਰੂ ਉਪਦੇਸ਼ ਦੀ ਪ੍ਰੀਤ ਮਨ ਰੂਪੀ ਆਸਣ ਤੇ ਲੱਗੀ ਨਹੀਂ, ਤੇ ਜਿਸ ਕਰਕੇ ਵਾਸ਼ਨਾਵਾਂ ਨੂੰ ਬਹੁਤ ਪ੍ਰਬਲ ਸਮਝਿਆ ਹੋਇਆ, ਕਿਉਂਕਿ ਵਕਾਰਾਂ ਨੇ ਆਸਣ ਲਾ ਛੱਡਿਆ ਹੈ, ਉਹਨਾਂ ਨੇ ਡੇਰਾ ਲਾ ਛੱਡਿਆ ਹੈ। ਮਹਾਰਾਜ ਕਹਿੰਦੇ ਆ, ਇੱਥੇ ਤੂੰ ਸ਼ਬਦ ਦਾ ਜਿਹੜਾ ਨਾ ਉਹ ਠਹਿਰਾ ਕਰ, ਸ਼ਬਦ ਨਾਲ ਪ੍ਰੀਤ ਕਰ। ਸ਼ਬਦ ਦਾ ਅਭਿਆਸ ਪਹਿਲੋਂ ਕੀਤਿਆਂ ਮਨ ਉਪਰਾਮ ਹੁੰਦਾ ਹੈ। ਜਦੋਂ ਵਾਹਿਗੁਰੂ ਮੰਤਰ ਜਪੀਏ ਨਾ, ਤੇ ਮਨ ਜਿਹੜਾ ਉਹ ਇੰਨਾ ਜ਼ਿਆਦਾ ਟੁੱਟ ਜਾਂਦਾ ਹੈ, ਉਪਰਾਮ ਕਰਦਾ, ਉਦਾਸ ਹੁੰਦਾ ਹੈ ਕਿ ਜਪੇ ਨਾ, ਪਰ ਹਟਣਾ ਨਹੀਂ ਚਾਹੀਦਾ। ਕਿਉਂਕਿ ਕਈ ਉਪਰਾਮ ਹੋਇਆਂ ਹੀ ਹਟ ਜਾਂਦੇ ਹੈ ਕਿ ਲੱਭਦਾ ਤਾਂ ਕੁਛ ਵੀ ਨਹੀਂ, ਐਵੇਂ ਬਾਚੀਆਂ ਵੀ ਥੱਕ ਜਾਂਦੀਆਂ। ਇਸ ਤਰ੍ਹਾਂ ਕਈ ਮਨ ਨਾਲ ਫਿਰ ਸੋਚ ਕੇ ਹਟ ਜਾਂਦੇ ਆ। ਪਰ ਸਾਧ ਸੰਗਤ ਜੀ, ਜਦੋਂ ਮਨ ਉਪਰਾਮ ਹੋਇਆ ਹੁੰਦਾ ਨਾ,
ਉਦੋਂ ਮਨ ਦੀ ਮੈਲ ਕੱਟੀ ਜਾ ਰਹੀ ਹੁੰਦੀ ਹੈ। ਮਨ ਜਿਹੜਾ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਨਾ, ਤੇ ਬੜਾ ਹੀ ਜ਼ਿਆਦਾ ਹੋਰ ਹੀ ਬੇਰਸ ਜਿਹਾ ਮਹਿਸੂਸ ਕਰਾਉਂਦਾ ਹੈ, ਉਦੋਂ ਇਹ ਮਨ ਦੀ ਮੈਲ ਲੱਥ ਰਹੀ ਹੈ, ਗੁਰਮੰਤਰ ਪੂਰਾ ਅਸਰ ਕਰ ਰਿਹਾ ਹੁੰਦਾ। ਪਰ ਉਸ ਸਮੇਂ ਨਿਸ਼ਚੇ ਸਹਿਤ ਲੱਗਾ ਰਹੇ। ਫਿਰ ਹੌਲੀ ਹੌਲੀ ਉਹ ਸਮਾਂ ਆਉਂਦਾ ਹੈ ਕਿ ਜਦੋਂ ਰਸ ਆਉਣ ਲੱਗਦਾ ਹੈ, ਸੁੱਖ ਆਉਣ ਲੱਗਦਾ ਹੈ, ਤੇ ਫਿਰ ਜਦੋਂ ਬਿਨਾਂ ਹੀ ਕੁਝ ਛਕਿਆਂ ਚਿਹਰੇ ਤੇ ਤਰਾਵਟ ਆ ਜਾਂਦੀ ਹੈ। ਇਹੋ ਜਿਹੀ ਰੂਹਾਨਗੀ ਹੁੰਦੀ ਹੈ ਕਿ ਚਿਹਰਾ ਐਨ ਤਰੋ ਤਾਜ਼ਾ ਹੋਇਆ ਰਹਿੰਦਾ, ਮਨ ਵੀ ਤਰੋ ਤਾਜ਼ਗੀ ਸਹਿਤ ਰਹਿੰਦਾ। ਨਹੀਂ ਤੇ ਜੀਆਂ ਨੂੰ ਸੁਸਤੀ ਨਹੀਂ ਛੱਡਦੀ, ਆਲਸ ਨਹੀਂ ਛੱਡਦਾ, ਉੱਠਿਆ ਨਹੀਂ ਜਾਂਦਾ, ਬੱਜਰ ਸਿਰ ਤੇ ਪੈਂਦਾ ਜਦੋਂ ਅੰਮ੍ਰਿਤ ਵੇਲਾ ਹੋਵੇ। ਐਡਾ ਬੁਰਾ ਹਾਲ ਹੁੰਦਾ, ਤੁਰੇ ਫਿਰਦਿਆਂ ਥੱਕ ਜਾਂਦੇ, ਆਲਸ ਪੈਂਦਾ ਹੈ। ਚੰਗੇ ਭਲੇ ਨੌਜਵਾਨ ਹੀ ਢੋਆਂ ਲਾ ਲਾ ਬਹਿੰਦੇ ਐ। ਭਲਾ ਵੱਡੀ ਉਮਰ 'ਚ ਤਾਂ ਲਾਉਣੀ ਹੈ ਨਾ ਢੋ, ਆਸਰਾ ਲੈ ਕੇ ਬਹਿਣਾ ਹੀ ਹੈ ਨਾ। ਤੇ ਕੀ ਹੈ, ਜਦੋਂ ਚੜ੍ਹਦੀ ਜਵਾਨੀ ਹੈ, ਬੜਾ ਸੋਹਣਾ ਸਰੀਰ ਰਿਸ਼ਟ ਪੁਸ਼ਟ ਹੋਵੇ, ਤਾਂ ਵੀ ਸਰੀਰ ਨੂੰ ਆਲਸ ਪਿਆ ਰਹਿੰਦਾ, ਬੁਰੀ ਹਾਲਤ ਹੁੰਦੀ ਹੈ। ਇਹ ਸਾਧ ਸੰਗਤ ਜੀ ਜਿਹੜੇ ਹੈ ਨਾ, ਵਕਾਰਾਂ ਦੇ ਭਾਵ ਕਰਕੇ ਸਰੀਰ ਤੇ ਵੀ ਗਾਫਲਤਾ ਹੀ ਰਹਿੰਦੀ ਹੈ, ਸਰੀਰ ਦੇ ਉੱਤੇ ਵੀ ਭਾਰ ਹੀ ਪਿਆ ਰਹਿੰਦਾ ਹੈ, ਤੇ ਸਰੀਰ ਇਉਂ ਗੱਡੇ ਵਰਗਾ ਭਾਰਾ ਰਹਿੰਦਾ। ਤੇ ਜਦੋਂ ਨਾਮ ਵਿੱਚ ਪ੍ਰੀਤ ਜੁੜੇ ਤੇ ਨੀਂਦ ਦੇ ਆਇਆ ਸਰੀਰ ਦਾ ਧਰਮ ਹੈ, ਸੌਂ ਤਾਂ ਜਾਈਦਾ, ਪਰ ਉੱਠਦੇ ਹੀ ਫੁੱਲ ਵਾਂਗ ਸਰੀਰ ਖਿੜਿਆ ਹੁੰਦਾ, ਐਨ ਹੌਲਾ ਹੋ ਜਾਂਦਾ ਸਰੀਰ। ਫਿਰ ਉਹ ਹੌਲੇ ਸਰੀਰ ਨਾਲ ਇਸ਼ਨਾਨ ਸੋਧ ਕੇ ਹੋਰ ਇਕਾਗਰਤਾ ਆਉਂਦੀ, ਤੇ ਕੇਸ਼ੀ ਇਸ਼ਨਾਨ ਕਰੀਏ ਤੇ ਐਨ ਇਕਾਗਰ ਚਿੱਤ ਹੋ ਜਾਈਦਾ, ਸਰੀਰ ਐਨ ਸੁਸਤੀ ਲੱਥ ਜਾਂਦੀ। ਤੇ ਫਿਰ ਇਕਾਗਰ ਚਿੱਤ ਹੋ ਕੇ ਜਦੋਂ ਭਜਨ ਕਰੀਏ, ਖਿੰਡਿਆ ਮਨ ਇਕੱਠਾ ਹੋ ਜਾਂਦਾ। ਤੇ ਹੌਲੀ ਹੌਲੀ ਕੀ ਹੁੰਦਾ ਹੈ, ਇੰਨਾ ਚਿੱਤ ਹੌਲਾ ਹੋ ਜਾਂਦਾ ਹੈ ਕਿ ਸਰੀਰ ਦਾ ਭਾਰਾਪੁਣਾ ਵੀ ਲੱਥ ਜਾਂਦਾ, ਆਲਸ ਲੱਥ ਜਾਂਦਾ, ਦਲਿੱਦਰ ਲੱਥ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਤੂੰ ਆਪਣੇ ਮਨ ਦੀ ਵਾਸ਼ਨਾ ਮਨ ਤੋਂ ਹੀ ਢਾਲ ਲੈ, ਫਿਰ ਤੈਨੂੰ ਇਹ ਆਨੰਦ ਤੇ ਸੁੱਖ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਾਪਤ ਹੋਵੇਗਾ। ਇੰਦਰੀਆਂ ਨੂੰ ਜਿੱਤ ਲਵੇਂਗਾ ਤੇ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਸਕੇਗਾ। ਜਿਹੜਾ ਅਪਰਸ ਪੁਰਖ ਹੈ ਨਾ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਸੱਚੇ ਪਾਤਸ਼ਾਹ ਕਹਿੰਦੇ ਉਹ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਜਾਂਦਾ, ਸ਼ਬਦ ਸਪਰਸ ਰੂਪ ਰਸ ਗੰਧ ਤੋਂ। ਨਾਨਕ ਕੋਟ ਮਦੇ ਕੋ ਐਸਾ ਅਪਰਸ। ਕੋਈ ਕਰੋੜਾਂ ਵਿੱਚੋਂ, ਮਹਾਰਾਜ ਕਹਿੰਦੇ ਭਾਈ ਐਸਾ ਅਪਰਸ ਕਹਾਉਂਦਾ ਹੈ ਜਿਹੜਾ ਉਹ ਕਰੋੜਾਂ ਵਿੱਚੋਂ ਕੋਈ ਇੱਕ ਹੈ, ਬਹੁਤ ਵਿਰਲਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਾਇਆ ਤੋਂ ਅਸੰਗ ਹੋ ਗਿਆ, ਜਿਹਨੂੰ ਮਾਇਆ ਨਹੀਂ ਚਿੰਬੜਦੀ ਹੈ, ਜਿਹਨੂੰ ਵਕਾਰ ਨਹੀਂ ਚਿੰਬੜਦੇ ਹਨ। ਸੱਚੇ ਪਾਤਸ਼ਾਹ ਅੱਜ ਹੁਣ ਦੂਸਰੀ ਪੌੜੀ ਵਿੱਚ ਹਜੂਰ ਲੱਖਣ ਕਥਨ ਕਰਦੇ ਹੈ। ਆਓ ਇਕਾਗਰ ਚਿਤ ਸਰਵਣ ਕਰੀਏ ਜੀ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਹਜੂਰ ਦੇ ਕੋਲੋਂ ਬੇਨਤੀ ਕਰਕੇ ਪੁੱਛਿਆ, ਮਹਾਰਾਜ ਜੀ ਵੈਸ਼ਨਵ ਦੇ ਲੱਖਣ ਦੱਸੋ। ਵੈਸ਼ਨਵ ਕਿਹਨੂੰ ਕਹਿੰਦੇ ਆ? ਬਿਸ ਨਾਮ ਸੰਸਾਰ ਦਾ ਹੈ, ਅੰਨ ਨਾਮ ਚੇਸ਼ਟਾ ਦਾ ਹੈ। ਜਿਹੜਾ ਸੰਸਾਰ ਦੀ ਚੇਸ਼ਟਾ ਕਰਾਉਂਦਾ ਹੈ ਉਹ ਪਰਮੇਸ਼ਰ ਵੈ। ਵਿਸ਼ਨੂੰ ਦੇ ਭਗਤ ਨੂੰ ਵੈਸ਼ਨਵ ਕਹਿੰਦੇ ਆ। ਵੈਸ਼ਨਵ ਦੇ ਲੱਖਣ ਕੀ ਕੀਤੇ ਹੋਏ ਆ? ਅਖੇ ਜੀ ਜਿਹੜਾ ਗੰਢਾ ਨਹੀਂ ਖਾਂਦਾ ਉਹ ਵੈਸ਼ਨਵ ਹੈ, ਫਿਰ ਮਿਰਚ ਨਹੀਂ ਖਾਂਦਾ ਵੈਸ਼ਨਵ ਹੈ, ਲਸਣ ਨਹੀਂ ਖਾਂਦਾ ਵੈਸ਼ਨਵ ਹੈ, ਸ਼ਰਾਬ ਨਹੀਂ ਪੀਂਦਾ ਵੈਸ਼ਨਵ ਹੈ, ਤੇ ਤਮਾਕੂ ਭਾਵੇਂ ਪੀਵੀ ਜਾਣ ਤਾਂ ਵੀ ਵੈਸ਼ਨਵ ਹੁੰਦੇ। ਇਹੋ ਜਿਹਾ ਵੈਸ਼ਨਵ ਉਹ ਜਗਤ ਜੂਠ ਖਾਈ ਜਾਂਦੇ ਐ ਤਾਂ ਵੀ ਕਹਿੰਦੇ ਅਸੀਂ ਵੈਸ਼ਨਵ ਹਾਂ। ਤੇ ਜਿਨ ਜਗਤ ਜੂਠ ਖਾ ਲਈ, ਮਹਾਰਾਜ ਨੇ ਇਹਨੂੰ ਜਗਤ ਜੂਠ ਤਾਂ ਹੀ ਕਿਹਾ ਕਿ ਉਹ ਸਾਰੇ ਜਗਤ ਦੀ ਜੂਠ ਹੈ। ਜਿਹੜਾ ਤਮਾਕੂ ਕਿਹਾ ਨਾ ਮਹਾਰਾਜ ਜੀ ਨੇ, ਇਹਨੂੰ ਜਗਤ ਜੂਠ ਕਿਹਾ ਹੈ। ਤੇ ਦਲਾਂ ਪੰਥਾਂ 'ਚ ਤਾਂ ਜੇ ਕੋਈ ਜਿਹਨੂੰ ਬੀੜੀ ਪੀਂਦਾ, ਸਮੋਕਿੰਗ ਕਰਦਾ, ਉਹਨੂੰ ਕਹਿੰਦੇ ਗਧੀ ਚੁੰਘਦਾ ਹੈ। ਇਸ ਤਰ੍ਹਾਂ ਦੇ ਸ਼ਬਦ ਵਰਤਦੇ ਆ। ਤੋ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੈਸ਼ਨਵ ਦਾ ਲੱਖਣ ਦੱਸ ਰਹੇ ਹੈ ਕਿ ਅਸਲ ਵਿੱਚ ਵੈਸ਼ਨਵ ਕਿਹਨੂੰ ਕਹਿੰਦੇ ਆ। ਗੰਢਾ ਤਿਆਗ ਦੇਣ ਵਾਲਾ ਇਕੱਲਾ ਵੈਸ਼ਨਵ ਨਹੀਂ ਹੋ ਸਕਦਾ, ਜਾਂ ਇਸ ਪ੍ਰਕਾਰ ਕੋਈ ਬਾਹਰੋਂ ਲੱਖਣ ਧਾਰਨ ਕਰਕੇ ਵੈਸ਼ਨਵ ਨਹੀਂ ਬਣ ਸਕਦਾ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵੈਸ਼ਨਵ ਦੇ ਧਰਮ ਕੀ ਹੋਣਾ ਚਾਹੀਦਾ, ਵੈਸ਼ਨਵ ਕਿਹਨੂੰ ਕਹਿੰਦੇ ਆ? ਤਾਂ ਮਹਾਰਾਜ ਫਰਮਾਉਂਦੇ ਹਨ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਜਿਹਦੇ ਉੱਤੇ ਸੋ ਭਲੀ ਪ੍ਰਕਾਰ ਮੇਰਾ ਵਾਹਿਗੁਰੂ ਪ੍ਰਸੰਨ ਹੈ, ਵਾਹਿਗੁਰੂ ਜੀ ਦੀ ਖੁਸ਼ੀ ਦਾ ਜਿਹੜਾ ਪਾਤਰ ਬਣਿਆ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਵੈਸ਼ਨਵ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਭ ਦੇ ਤਾਈਂ ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ ਨੇ, ਭਾਵੇਂ ਕਿ ਵੈਸ਼ਨਵ ਜਿਹੜੇ ਆ ਜਿਵੇਂ ਉਹ ਸਾਧ ਸੰਗਤ ਜੀ ਜਿਹੜੀ ਆ ਉਹਨਾਂ ਦੀ ਉਪਜੀਵਕਾ ਉਹ ਜਿਹੜੀ ਉਹ ਸ਼ਾਕਾਹਾਰੀ ਹੁੰਦੀ ਹੈ, ਤੇ ਇਹ ਜੈਤ ਰਾਮ ਦਾ ਜਿਹਦਾ ਬਚਨ ਆਇਆ ਇਹਨ ਮਹਾਰਾਜ ਜੀ ਨੂੰ ਪ੍ਰਸ਼ਾਦ ਵਰਜਿਆ ਸੀ, ਤੇ ਫਿਰ ਜਦੋਂ ਨਿੰਦਾ ਦੇ ਕੇ ਆ ਗਿਆ ਤੇ ਜਿਹੜੇ ਇਹਦੇ ਸ਼ਿਸ਼ ਸੀਗੇ ਉਹ ਕਹਿਣ ਲੱਗੇ ਮਹਾਰਾਜ ਨੂੰ ਨਿੰਦਾ ਤਾਂ ਦੇਤਾ ਤੇ ਗੁਰੂ ਸਾਹਿਬ ਦੇ ਕੋਲ ਤਾਂ ਬਾਜ ਹੈਗੇ, ਬਾਜਾਂ ਨੂੰ ਕੀ ਖਵਾਵਾਂਗੇ? ਤੇ ਫਿਰ ਉਹ ਸੱਚੇ ਦਿਲੋਂ ਹੀ ਮੁੜਿਆ ਪਿਛਾਂ, ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਜੀ ਬੜੀ ਅਸਮੰਜਸ ਜੀ ਗੱਲ ਬਣ ਗਈ ਹੈ, ਮਹਾਰਾਜ ਨਿੰਦਾ ਤਾਂ ਆਪ ਜੀ ਨੂੰ ਦਿੱਤਾ ਸੱਚੇ ਪਾਤਸ਼ਾਹ, ਪਰ ਆਪ ਜੀ ਦੇ ਕੋਲ ਤਾਂ ਬਾਜ ਵੀ ਹੈਗੇ, ਮਹਾਰਾਜ ਸਾਰੀ ਉਮਰ ਹੀ ਮੈਂ ਤਾਂ ਇਹ ਵੈਸ਼ਨਵ ਧਰਮ ਕਮਾਇਆ ਏ, ਮਹਾਰਾਜ ਮੇਰਾ ਧਰਮ ਜਾਂਦਾ ਮੈਂ ਕੀ ਕਰਾਂ? ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹੱਸ ਪਏ ਉਹਦੀ ਗੱਲ ਸੁਣ ਕੇ, ਕਿਉਂਕਿ ਨਿਸ਼ਕਪਟੀ ਆ ਕੇ ਬੇਨਤੀ ਕੀਤੀ ਸੀ। ਮਹਾਰਾਜ ਕਹਿੰਦੇ ਚੰਗਾ ਜੈਤ ਰਾਮ ਜਦ ਤੇਰੇ ਮੋਠ ਹੀ ਖਾ ਲੈਣਗੇ ਸਾਡੇ ਬਾਜ, ਤੇ ਆਖਿਆ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਅਰਦਾਸ ਕਰਕੇ ਪਾਇਓ। ਫਿਰ ਜਦੋਂ ਬਾਜਾਂ ਦੇ ਅੱਗੇ ਮੋਠ ਪਾਉਣ ਲੱਗੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਜੈਤ ਰਾਮ ਨੇ ਆਖਿਆ ਕਿ ਮੇਰੇ ਕੋਲ ਤਾਂ ਇਹ ਮੋਠ ਹੀ ਆ ਗੁਰੂ ਕੇ ਬਾਜੋ, ਕਿਰਪਾ ਕਰਕੇ ਇਹੋ ਹੀ ਛਕੋ, ਬਾਜ ਮੋਠ ਨਹੀਂ ਖਾਂਦਾ ਪਰ ਖਾਦੇ ਸੀ। ਇਹ ਸਾਡਾ ਇਤਿਹਾਸ ਕਹਿੰਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵੈਸ਼ਨਵ ਜਿਹੜਾ ਨਾ ਉਹ ਸਾਧ ਸੰਗਤ ਜੀ ਕੇਵਲ ਬਾਹਰੀ ਕਰਮਾਂ ਕਰਕੇ ਵੈਸ਼ਨਵ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਹਦੇ ਉੱਤੇ ਮੇਰੇ ਵਾਹਿਗੁਰੂ ਦੀ ਖੁਸ਼ੀ ਹੋ ਗਈ ਹੈ, ਪਰਮੇਸ਼ਰ ਦੀ ਖੁਸ਼ੀ ਦਾ ਜਿਹੜਾ ਪਾਤਰ ਬਣ ਗਿਆ ਹੈ, ਸੋ ਭਲੀ ਪ੍ਰਕਾਰ ਜਿਹਦੇ ਉੱਤੇ ਵਾਹਿਗੁਰੂ ਪ੍ਰਸੰਨ ਹੈ, ਮਹਾਰਾਜ ਕਹਿੰਦੇ ਉਹ ਭਾਈ ਵੈਸ਼ਨਵ ਹੁੰਦਾ ਏ। ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਜਿਹਦੇ ਉੱਤੇ ਸੋ ਭਲੀ ਪ੍ਰਕਾਰ ਮੇਰਾ ਵਾਹਿਗੁਰੂ ਪ੍ਰਸੰਨ ਹੈ ਉਹ ਵੈਸ਼ਨਵ ਹੈ। ਬਿਸ਼ਨ ਕੀ ਮਾਇਆ ਤੇ ਹੋਏ ਪਿੰਨ, ਜਿਹੜੀ ਬਿਸ਼ਨ ਪਰਮੇਸ਼ਰ ਦੀ ਮਾਇਆ ਬਣਾਈ ਹੋਈ ਹੈ ਨਾ ਉਹਦੇ ਤੋਂ ਭਿੰਨ ਹੋ ਗਿਆ ਹੋਵੇ, ਅਸੰਗ ਹੋ ਗਿਆ ਹੋਵੇ, ਵੱਖਰਾ ਹੋ ਗਿਆ ਹੋਵੇ। ਇਹ ਨਹੀਂ ਕਿ ਅੰਦਰੋਂ ਮਾਇਆ ਹੀ ਚਿੰਬੜੀ ਹੋਵੇ। ਜਿਹੜੀ ਮਾਇਆ ਨਾ ਕਬੀਰ ਸਾਹਿਬ ਜੀ ਨੇ ਕਿਹਾ ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬੱਧ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਜਿੰਨੇ ਵੀ 84 ਸਿੱਧ ਹੈ ਸਭ ਮਾਇਆ ਚ ਹੀ ਲਿਬੜੇ ਹੋਏ ਹੈ। ਜਿੰਨੇ 6 ਪੰਥ ਜੋਗੀਆਂ ਦੇ ਸਭ ਨੂੰ ਮਾਇਆ ਵਿਆਪ ਰਹੀ ਹੈ। ਧਰਤੀ ਤੋਂ ਆਕਾਸ਼ ਤੱਕ ਇਹ ਮਾਇਆ ਤੂੰ ਕਿਸੇ ਨੂੰ ਨਹੀਂ ਛੱਡਿਆ ਹੈ, ਸਭ ਤਾਈਂ ਤੂੰ ਵਿਆਪਦੀ ਹੈ। ਦੇਵੀ ਦੇਵਤੇ ਤੇਰੇ ਵਿੱਚ ਲਿਪਟੇ ਪਏ ਹੈ। ਤੇ ਇਹ ਪਰਮੇਸ਼ਰ ਦੀ ਐਡੀ ਸ਼ਕਤੀਸ਼ਾਲੀ ਮਾਇਆ ਪ੍ਰਬਲ ਹੈ, ਜਿਹਦੇ ਵਿੱਚ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਅਰਜਨ ਬੜੀ ਕਠਨ ਹੈ ਮਾਇਆ ਤਰਨੀ, ਤਰੀ ਨਹੀਂ ਜਾਂਦੀ ਹੈ। ਤੇ ਐਸੀ ਦੁਸ਼ਟਰ ਮਾਇਆ ਤੋਂ ਭਿੰਨ ਹੋ ਗਿਆ ਹੋਵੇ, ਅਸੰਗ ਹੋ ਗਿਆ ਹੋਵੇ। ਮਾਇਆ ਦੀ ਬਾਬਤ ਮਹਾਰਾਜ ਨੇ ਕਿਹਾ ਜਾਓ ਛੋੜੈ ਤਾਂ ਛੂਟੈ ਨਾਹੀ, ਜੋ ਸੰਚੈ ਤਾਂ ਭਉ ਮਨ ਮਾਹੀ। ਜਦੋਂ ਛੱਡਣਾ ਚਾਹੇ ਤੇ ਛੁੱਟਦੀ ਨਹੀਂ, ਤੇ ਜੇ ਇਹਨੂੰ ਇਕੱਠੀ ਕਰ ਲੇ ਤੇ ਸਾਂਭਣ ਦਾ ਡਰ ਚਿੰਬੜਿਆ ਰਹਿੰਦਾ ਹੈ। ਫਿਰ ਉਹਦੇ 'ਚ ਹੀ ਆ ਕੇ ਮਰ ਮਰ ਕੇ ਪੈਂਦਾ ਹੈ, ਮਾਇਆ ਹੀ ਸਾਂਭਦਾ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਸ ਹੀ ਮੈਂ ਜਿਸ ਕੀ ਪਤ ਰੱਖੈ ਤਿਸ ਸਾਧੂ ਚੌਰ ਢਾਲੀ ਹੈ। ਇਸ ਮਾਇਆ ਵਿੱਚ ਜਿਹਦੀ ਪਤ ਰੱਖ ਲੈਂਦਾ ਨਾ ਮੇਰਾ ਵਾਹਿਗੁਰੂ, ਉਸ ਸਾਧੂ ਦੇ ਸਿਰ ਦੇ ਉੱਤੇ ਜਸ ਰੂਪੀ ਚੌਰ ਢੁੱਲਦਾ। ਫਿਰ ਉਹਦੀ ਦਿਗਵਿਜਈ ਹੁੰਦੀ ਹੈ, ਉਹਦੇ ਡੰਕੇ ਖੜਕਦੇ ਸੰਸਾਰ ਦੇ ਅੰਦਰ। ਪਰ ਮਹਾਰਾਜ ਨੇ ਆਖਿਆ ਇਹ ਮਾਇਆ ਦੇ ਬਾਬਤ ਗਹੁ ਕਾਜ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਾਹੀ ਸਾਥ। ਕਹੋ ਨਾਨਕ ਜੋ ਤਿਆਗ ਦਈ ਤਬ ਓਏ ਚਰਨੀ ਆਏ ਪਈ। ਉਦੋਂ ਆ ਕੇ ਚਰਨੀ ਪੈਂਦੀ ਹੈ ਜਦੋਂ ਮਨ ਕਰਕੇ ਇਹਦਾ ਤਿਆਗ ਕਰ ਦਈਏ। ਸਰੀਰ ਕਰਕੇ ਇਹਦਾ ਤਿਆਗ ਨਹੀਂ ਹੁੰਦਾ। ਸਰੀਰ ਕਰਕੇ ਪਤਾ ਹੈ ਮਹਾਂਪੁਰਖਾਂ ਨੂੰ ਕਿ ਇਹਦੇ ਤੋਂ ਕੋਈ ਅਸੰਗ ਨਹੀਂ ਹੁੰਦਾ, ਕਿਉਂਕਿ ਦੇਹ ਵੀ ਤਾਂ ਮਾਇਆ ਦਾ ਹੀ ਇੱਕ ਰੂਪ ਹੈ ਨਾ। ਇਸ ਕਰਕੇ ਉਹ ਮਨ ਤੋਂ ਇਹਦਾ ਤਿਆਗ ਕਰ ਦਿੰਦੇ ਆ। ਮਨ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਵਸਦੀ ਹੈ
ਤੇ ਜੇ ਇਹਨੂੰ ਛੱਡਣਾ ਚਾਹੇ ਸਰੀਰ ਕਰਕੇ, ਜੋ ਛੋੜੇ ਤਾਂ ਛੂਟੈ ਨਹੀਂ, ਫਿਰ ਨਹੀਂ ਛੁੱਟਦੀ। ਸੰਕਲਪ ਹੀ ਸੰਕਲਪ ਫੋਰਦੀ ਆ ਅੰਦਰ, ਬਾਹਰੋਂ ਕਿੱਡੇ ਕਿੱਡੇ ਤਿਆਗੀ ਬਣੇ ਡੋਲ ਜਾਂਦੇ ਆ। ਕਿਸ ਤਰ੍ਹਾਂ ਦਾ ਧਾਰਮਿਕ ਸਰੂਪ ਹੁੰਦਾ ਤਾਂ ਫਿਰ ਵੀ ਅੰਦਰੋਂ ਮਨ ਮਾਇਆ ਡੁਲਾ ਦਿੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਜੇ ਮਾਇਆ ਕਰਕੇ ਡੋਲਿਆ ਪਿਆ ਤਾਂ ਕਿੱਦਾਂ ਵੈਸ਼ਨਵ ਬਣ ਜਾਏਗਾ। ਉਹ ਵੈਸ਼ਨਵ ਨਹੀਂ ਅਖਵਾ ਸਕਦਾ। ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਬਿਸ਼ਨ ਪਰਮੇਸ਼ਰ ਦੀ ਜਿਹੜੀ ਪੈਦਾ ਕੀਤੀ ਹੋਈ ਮਾਇਆ ਨਾ, ਉਹਦੇ ਤੋਂ ਭਿੰਨ ਹੋ ਜਾਵੇ, ਅਸੰਗ ਹੋ ਜਾਵੇ, ਵੱਖਰਾ ਹੋ ਜਾਵੇ। ਬਿਸ਼ਨ ਤੋਂ ਦੂਸਰੇ ਭਾਵ ਵਿੱਚ ਅਰਥ ਲੈਂਦੇ ਆ ਕਿ ਜਿਹੜੀ ਵਿਸ਼ਿਆਂ ਵਿਕਾਰਾਂ ਨੂੰ ਪੈਦਾ ਕਰਦੀ ਹੈ ਮਾਇਆ, ਉਸ ਮਾਇਆ ਤੋਂ ਭਿੰਨ ਹੋ ਜਾਵੇ, ਅਸੰਗ ਹੋ ਜਾਵੇ। ਜੇ ਮਾਇਆ ਸਪਰਸ਼ ਕਰ ਰਹੀ ਹੈ ਤਾਂ ਜ਼ਰੂਰ ਹੀ ਲਹਿਰਾਂ ਉੱਠਣਗੀਆਂ, ਜ਼ਰੂਰ ਹੀ ਫੁਰਨੇ ਬਣਨਗੇ। ਤੇ ਜੇ ਮਾਇਆ ਦਾ ਤਿਆਗ ਹੋ ਗਿਆ ਨਾਲ ਹੀ ਫੁਰਨੇ ਬੰਦ ਹੋ ਜਾਂਦੇ, ਕਿਉਂਕਿ ਜਿਹਨੂੰ ਚੇਸ਼ਟਾ ਹੀ ਨਹੀਂ ਉਹਨੂੰ ਫੁਰਨਾ ਕੀ ਕਰਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਹਾ ਇਹ ਲੱਖਣ ਹੈ ਭਾਈ ਵੈਸ਼ਨਵ ਦਾ। ਵਿਸ਼ਨੂੰ ਦੀ, ਪਰਮੇਸ਼ਰ ਦੀ ਪੈਦਾ ਕੀਤੀ ਹੋਈ ਬਣਾਈ ਹੋਈ ਬੜੀ ਦੁਸਤਰ ਕਠਨ ਜਿਹੜੀ ਮਾਇਆ ਹੈ, ਉਹਦੇ ਤੋਂ ਭਿੰਨ ਹੋ ਜੇ, ਅਸੰਗ ਹੋ ਜਾਵੇ। ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਮਾਇਆ ਤੋਂ ਅਸੰਗ ਹੋਵੇ। ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਜੋ ਇਸ ਪ੍ਰਕਾਰ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਮਾਇਆ ਉਹਦੇ ਤੋਂ ਅਸੰਗ ਹੋਵੇ। ਕਰਮ ਕਰਤ ਹੋਵੈ ਨਿਹ ਕਰਮ। ਕਰਮ ਕਰਤ ਹੋਵੈ ਨਿਹ ਕਰਮ। ਕਰਮ ਕਰੇ ਪਰ ਕਰਮ ਕਰਦਾ ਹੋਇਆ ਨਿਸ਼ਕਾਮੀ ਹੋਵੇ। ਇਹ ਨਹੀਂ ਕਿ ਕਰਮ ਕਰਦਾ ਹੋਵੇ ਤੇ ਨਾਲ ਫੁਰਨਿਆਂ ਦਾ ਵੀ ਟੋਕਰਾ ਚੱਕਿਆ ਹੋਵੇ ਕਿ ਆਹ ਮਿਲ ਜੇ, ਆਹ ਮਿਲ ਜੇ। ਸੇਵਾ ਥੋੜੀ, ਮੰਗਣ ਬਹੁਤਾ। ਕੰਮ ਤਾਂ ਬਹੁਤ ਥੋੜਾ ਜਿਹਾ ਤੇ ਬਹੁਤ ਵੱਡੀਆਂ ਇੱਛਾ ਮਹਾਰਾਜ ਕੋਲ ਲੈ ਕੇ ਆਏ ਹੁੰਦੇ ਆ। ਕਈ ਵਾਰੀ ਉਹ ਕੰਪਿਊਟਰ ਤੇ ਇੱਕ ਦੋ ਹੀ ਵਰਡ ਪੈਂਦੇ ਆ, ਕਹਿੰਦੇ ਅਸੀਂ ਤਾਂ ਆਹ ਕੁਝ ਲਿਖਾਉਣਾ ਸੀਗਾ, ਉਹ ਕਹਿੰਦੇ ਵੱਖਰੇ ਪੈਨ ਨਾਲ ਲਿਖ ਲਓ ਫਿਰ, ਕਿਉਂਕਿ ਇੰਨੀਆਂ ਲੰਮੀਆਂ ਲਿਸਟਾਂ ਅਸੀਂ ਚੱਕੀਆਂ ਹੋਈਆਂ ਨੇ। ਬੜੇ ਹੀ ਸਾਡੇ ਕੋਲ ਜਿਹੜੀਆਂ ਮੰਗਾਂ ਨੇ, ਭਾਵੇਂ ਕਿ ਸਤਿਗੁਰੂ ਜੀ ਸਭ ਬਖਸ਼ਿਸ਼ਾਂ ਕਰਦੇ ਆ, ਰਹਿਮਤਾਂ ਕਰਦੇ ਆ, ਪਰ ਕਦੇ ਨਿਸ਼ਕਾਮ ਹੋ ਕੇ ਨਾਮ ਜਪ ਲੈ, ਫੁਰਨੇ ਤੋਂ ਰਹਿਤ ਹੋ ਕੇ ਭਜਨ ਕਰ ਲੈ। ਹਰ ਵੇਲੇ ਤੇਰੇ ਦਿਲ ਦੇ ਸਰੋਵਰ ਨੂੰ ਫੁਰਨਿਆਂ ਦੇ ਅੰਦਰ ਲਹਿਰਾਂ ਉੱਠਦੀਆਂ ਹੋਈਆਂ ਵਾਸ਼ਨਾ ਦੀ ਹਵਾ ਹਿਲਾਉਂਦੀ ਰਹਿੰਦੀ ਹੈ, ਹਿਲਾਉਂਦੀ ਰਹਿੰਦੀ ਹੈ। ਤੇ ਜਿੰਨਾ ਚਿਰ ਲਹਿਰਾਂ ਉੱਠਦੀਆਂ ਰਹਿੰਦੀਆਂ ਸੁੱਖ ਕਿਵੇਂ ਪਾ ਲੇਗਾ। ਇਸ ਕਰਕੇ ਫੁਰਨਿਆਂ ਨੂੰ ਰੋਕ, ਨਿਸ਼ਕਾਮੀ ਹੋ। ਜਿਹੜਾ ਸਾਧ ਸੰਗਤ ਜੀ ਕਾਮਨਾ ਕਰ ਲੈਣੀ ਹੈ ਨਾ, ਫਿਰ ਚਿੱਤ ਜਿਹੜਾ ਉਸ ਕਾਮਨਾ ਦੀ ਪੂਰਤੀ ਵਿੱਚ ਅਟਕ ਜਾਂਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਵੱਲੋਂ ਰੁਕ ਜਾਂਦਾ ਹੈ। ਤੇ ਇਸੇ ਕਰਕੇ ਹੀ ਇਹ ਸਾਰੇ ਪੜਾਅ ਆਉਂਦੇ ਆ। ਬੜੀਆਂ ਬੜੀਆਂ ਜ਼ਿੰਦਗੀ ਦੇ ਅੰਦਰ ਲੋੜਾਂ ਨੇ, ਪਰ ਭਗਤ ਦੀਆਂ ਸੁਤੇ ਹੀ ਜਦੋਂ ਪੂਰੀਆਂ ਹੁੰਦੀਆਂ ਰਹਿੰਦੀਆਂ, ਉਹ ਕਹਿੰਦੇ ਭਾਵੇਂ ਮਹਾਰਾਜ ਸਾਨੂੰ ਜੀਵਦਾ ਰੱਖ ਤੇ ਭਾਵੇਂ ਮਾਰ ਦੇ, ਜੀ ਆਏ ਭਾਵੇਂ ਮਾਰ, ਪਰ ਅਸੀਂ ਤੇਰਾ ਨਾਮ ਨਹੀਂ ਉਹ ਜਪਣੋਂ ਹਟਣਾ। ਸਾਨੂੰ ਤਾਂ ਆਪਣੇ ਨਾਮ ਦੀ ਦਾਤ ਦੇ। ਇਹ ਜਿਹੜੇ ਨਾਮ ਦੇ ਜਪਣ ਦੀ ਇੱਛਾ ਹੈ ਨਾ, ਇਹ ਨਿਸ਼ਕਾਮੀ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਕੇਵਲ ਮਨ ਦੇ ਅੰਦਰ ਜਿਹੜਾ ਇਹਨਾਂ ਫੁਰਨਾ ਹੈ, ਵਾਹਿਗੁਰੂ ਨੂੰ ਮਿਲਣ ਦੀ ਆਸ ਹੈ, ਇਹ ਨਿਸ਼ਕਾਮਪੁਣਾ ਹੈ। ਬਾਕੀ ਜਦੋਂ ਕਿਸੇ ਪਦਾਰਥ ਦੀ ਇੱਛਾ ਕਰ ਲੈਂਦੇ ਆ, ਕੋਈ ਫੁਰਨਾ ਮਨ ਵਿੱਚ ਆ ਜਾਂਦਾ ਹੈ, ਉਦੋਂ ਫਿਰ ਨਿਸ਼ਕਾਮੀ ਨਹੀਂ ਰਹੀਦਾ। ਤੇ ਮਹਾਰਾਜ ਨੇ ਕਿਹਾ ਹੀ ਨਾ ਕਿ ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨੂੰ ਹੀ ਵਾਹਿਗੁਰੂ ਮਿਲਦਾ ਜਿਹਦੇ ਅੰਦਰ ਨਿਸ਼ਕਾਮਤਾ ਆ ਜਾਂਦੀ ਹੈ। ਤੇ ਕ੍ਰਿਸ਼ਨ ਜੀ ਨੇ ਕੀ ਕਿਹਾ ਸੀ ਗੀਤਾ ਦੇ ਅੰਦਰ, ਸਾਰਾ ਹੀ ਗੀਤਾ ਦਾ ਸਾਰ ਮਹਾਰਾਜ ਇਸ ਪੰਕਤੀ 'ਚ ਕਥਨ ਕਰਦੇ ਆ ਸੱਚੇ ਪਾਤਸ਼ਾਹ। ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ, ਅਰਜਨ ਤੂੰ ਕਰਮ ਕਰ ਬਸ। ਉਹ ਕਹਿੰਦਾ ਮਹਾਰਾਜ ਸਾਹਮਣੇ ਮੇਰੇ ਰਿਸ਼ਤੇਦਾਰ ਖਲੋਤੇ ਐ, ਮੇਰੇ ਭਰਾ ਖਲੋਤੇ ਐ। ਕਹਿੰਦੇ ਤੂੰ ਇਹਨਾਂ ਨੂੰ ਆਪਣੇ ਭਰਾ ਰੂਪ 'ਚ ਨਾ ਵੇਖ, ਤੂੰ ਆਪਣੇ ਆਪ ਨੂੰ ਅਰਜਨ ਨਾ ਸਮਝ, ਤੂੰ ਤਾਂ ਇੱਕ ਦੇਹ ਐ, ਕਰਮ ਦੇ ਕਰਨ ਲਈ ਇਸ ਸੰਸਾਰ 'ਚ ਆਇਆ ਹੈ। ਕਈ ਇਉਂ ਗੁਰੂ ਸਾਹਿਬ ਜੀ ਦੇ ਜੀਵਨ ਤੇ ਸਾਧ ਸੰਗਤ ਜੀ ਕਿੰਤੂ ਕਰਦੇ ਆ ਸ਼ਸਤਰਾਂ ਦੇ ਪੱਖ ਤੋਂ। ਉਹਨਾਂ ਨੂੰ ਇਹ ਨਹੀਂ ਪਤਾ, ਵੇਖੋ ਸ਼੍ਰੀ ਕ੍ਰਿਸ਼ਨ ਜੀ ਜੇ ਅਗਰ ਅਰਜੁਨ ਦੇ ਕੋਲੋਂ ਸ਼ਸਤਰ ਨਾ ਚੁਕਵਾਉਂਦੇ ਤੇ ਅੱਜ ਕੁਝ ਭਾਰਤ ਦਾ ਇਤਿਹਾਸ ਹੋਰ ਹੀ ਹੁੰਦਾ। ਉਹਨ ਤਾਂ ਸੁੱਟ ਦਿੱਤੇ ਸੀ ਸ਼ਸਤਰ,
ਉਹ ਕਹਿੰਦਾ ਮੈਂ ਨਹੀਂ ਸ਼ਸਤਰ ਚਲਾ ਸਕਦਾ। ਸ਼੍ਰੀ ਕ੍ਰਿਸ਼ਨ ਜੀ ਨੇ ਸਿੱਖਿਆ ਦਿੱਤੀ ਸੀ, ਅਰਜਨ ਕਰਮ ਕਰ, ਜਿੱਤ ਹਾਰ ਦਾ ਫਲ ਨਾ ਸਮਝ। ਜਿੱਤ ਦੀ ਮਨ ਦੇ ਅੰਦਰ ਖਿਆਲ ਕਰਕੇ ਜਾਂ ਹਾਰ ਦਾ ਖਿਆਲ ਕਰਕੇ ਨਾ ਲੜ, ਸਿਰਫ ਕਰਮ ਕਰ। ਤੂੰ ਛਤਰੀ ਹੈ, ਛਤਰੀਪਣੇ ਦਾ ਕਰਮ ਨਿਭਾ। ਹੁਣ ਜਿਹੜਾ ਤੇਰਾ ਫਰਜ਼ ਹੈ ਉਹਨੂੰ ਪੂਰਾ ਕਰ। ਤੇ ਜਿਹੜਾ ਤੂੰ ਇਹਨਾਂ ਅੰਦਰ ਮੋਹ ਕਰ ਰਿਹਾ ਨਾ, ਕਹਿੰਦੇ ਸਿਰਫ ਮਾਇਆ ਕਰਕੇ ਤੈਨੂੰ ਪ੍ਰਤੀਤ ਹੋ ਰਿਹਾ, ਨਾ ਇਹ ਤੇਰੇ ਕੁਝ ਲੱਗਦੇ ਐ, ਨਾ ਤੂੰ ਇਹਨਾਂ ਦਾ ਕੁਝ ਲੱਗਦਾ। ਤੇਰੇ ਇਸ ਸਰੀਰ ਤੋਂ ਪਹਿਲਾਂ ਇਹ ਤੇਰੇ ਕੀ ਸੀ, ਜਾਂ ਇਸ ਸਰੀਰ ਤੋਂ ਬਾਅਦ ਇਹ ਤੇਰੇ ਕੀ ਰਹਿਣਗੇ। ਇਹ ਸਰੀਰਾਂ ਦੇ ਨਾਤੇ ਹੈ। ਇਸ ਕਰਕੇ ਕਰਮ ਕਰਨ ਦੇ ਵਿੱਚ ਆਪਣੀ ਬਿਰਤੀ ਨੂੰ ਪਰਵਿਰਤ ਕਰ। ਕਰਮ ਦੇ ਕਰਨ ਨਾਲ ਹੀ ਤੂੰ ਸ਼ੂਰਵੀਰ ਖਮਾਵੇਂਗਾ ਸੰਸਾਰ ਦੇ ਅੰਦਰ, ਨਹੀਂ ਤਾਂ ਸੰਸਾਰ ਤੈਨੂੰ ਕਾਇਰ ਕਹੇਗਾ, ਡਰਪੋਕ ਕਹੇਗਾ। ਵੇਖ ਲੈ ਆਉਣ ਵਾਲੀਆਂ ਨਸਲਾਂ ਤੋਂ ਕੀ ਅਖਵਾਉਣਾ ਹੈ ਤੂੰ। ਇਹ ਕ੍ਰਿਸ਼ਨ ਜੀ ਦੇ ਉਹਨੇ ਡਿੱਗੇ ਹੋਏ ਸ਼ਸਤਰ ਉਠਵਾਏ ਸੀਗੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਕਰਮ ਕਰਤ ਹੋਵੇ ਨਿਹ ਕਰਮ, ਵੈਸ਼ਨਵ ਕਿਹੋ ਜਿਹਾ ਹੋਵੇ। ਇੰਨੀ ਸੇਵਾ ਕਰਨੀ ਚਾਹੀਦੀ ਹੈ। ਧੰਨ ਗੁਰਸਿੱਖ ਸੱਚੇ ਪਾਤਸ਼ਾਹ ਜੀ ਦੇ ਭਾਈ ਮੰਝ ਜੀ ਕਿੰਨੀ ਸੇਵਾ ਕੀਤੀ, ਆਪਾਂ ਤਾਂ ਉਨੀ ਕਰ ਹੀ ਨਹੀਂ ਸਕਦੇ ਨਾ। ਤੇ ਹਜੂਰ ਗੁਰੂ ਅਰਜਨ ਸਾਹਿਬ ਨੇ ਆਪ ਪੁੱਛਿਆ, ਭਾਈ ਮੰਝ ਦੱਸ ਤੈਨੂੰ ਕੀ ਚਾਹੀਦਾ। ਤੇ ਭਾਈ ਮੰਝ ਜੀ ਇੰਨੇ ਨਿਸ਼ਕਾਮੀ ਕਹਿੰਦੇ, ਮਹਾਰਾਜ ਤੁਸੀਂ ਐਡੀ ਕਿਰਪਾ ਕਰ ਦਿੱਤੀ ਹੈ, ਮੈਨੂੰ ਮੰਗਣ ਜੋਗਾ ਛੱਡਿਆ ਹੀ ਨਹੀਂ। ਮਹਾਰਾਜ ਮੇਰੀ ਕੋਈ ਇੱਛਾ ਨਹੀਂ। ਸਤਿਗੁਰੂ ਜੀ ਕਹਿੰਦੇ ਸਾਡਾ ਹੁਕਮ ਜਾਣ ਕੇ ਮੰਗ ਲੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਹੁਕਮ ਕਿਹਾ ਨਾ, ਤੇ ਫਿਰ ਵੀ ਭਾਈ ਮੰਝ ਜੀ ਨੇ ਆਪਣੇ ਵਾਸਤੇ ਨਹੀਂ ਮੰਗਿਆ। ਕਿਹਾ ਮਹਾਰਾਜ ਕਲਯੁਗ ਵਿੱਚ ਇਹਨਾਂ ਮਹਾਰਾਜ ਜੀਆਂ ਕੋਲੋਂ ਕਠਨ ਪਰਖ ਵਿੱਚ ਪੂਰਿਆਂ ਨਹੀਂ ਉਤਰਿਆ ਜਾਣਾ। ਹਜੂਰ ਆਪਣੀ ਸਿੱਖੀ ਸਹਿਜੇ ਦੇ ਦਿਆ ਕਰੋ। ਮਹਾਰਾਜ ਮਿਹਰ ਕਰੋ ਜੀਆਂ ਦੇ ਉੱਤੇ। ਇਹ ਸਿੱਖਾਂ ਲਈ ਭਾਈ ਮੰਝ ਜੀ ਨੇ ਮੰਗਿਆ। ਐਡੀ ਮਹਾਨ ਸੇਵਾ ਕੀਤੀ, ਪਰ ਫਿਰ ਵੀ ਮਨ ਦੇ ਵਿੱਚ ਵੇਖੋ ਕੋਈ ਇੱਛਾ ਨਹੀਂ। ਨਿਸ਼ਕਾਮ ਹਨ। ਸਾਥੋਂ ਨਿਸ਼ਕਾਮ ਸੇਵਾ ਹੁੰਦੀ ਨਹੀਂ, ਨਿਸ਼ਕਾਮ ਭਜਨ ਹੁੰਦਾ ਨਹੀਂ। ਤੇ ਫਿਰ ਕਹਿੰਦੇ ਆ ਕਿ ਭਜਨ ਵਿੱਚ ਸ਼ਕਤੀ ਨਹੀਂ, ਸੇਵਾ ਵਿੱਚ ਸ਼ਕਤੀ ਨਹੀਂ। ਸਾਡਾ ਕੰਮ ਹੈ ਸਵਾਰਥੀਆਂ ਵਾਲਾ, ਮਤਲਬੀਆਂ ਵਾਲਾ। ਗੱਲਾਂ ਕਰਨਾ ਤਾਂ ਢੇਰ ਜਾਣਦੇ ਆ, ਜਦੋਂ ਸਾਨੂੰ ਕੰਮ ਪੈਂਦਾ ਨਾ ਉਦੋਂ ਹੀ ਅਸੀਂ ਲੰਗਰ 'ਚ ਸੇਵਾ ਕਰਨੀ ਹੈ। ਜਦੋਂ ਸਾਨੂੰ ਕੰਮ ਪੈਂਦਾ ਉਦੋਂ ਹੀ ਗੁਰਦੁਆਰੇ ਸਾਹਿਬ ਦਾ ਰਾਹ ਦਿਸਦਾ, ਉਦੋਂ ਹੀ ਦੁੱਖ ਭੰਜਨੀ ਸਾਹਿਬ ਦਾ ਗੁਟਕਾ ਸਾਹਿਬ ਘਰ ਚੋਂ ਲੱਭ ਪੈਂਦਾ ਕਿਤੇ। ਤੇ ਨਹੀਂ ਤਾਂ ਫਿਰ ਪੁੱਛਦੇ ਆ ਕਿ ਦੁੱਖ ਭੰਜਨੀ ਸਾਹਿਬ ਦਾ ਗੁਟਕਾ ਸਾਹਿਬ ਨਹੀਂ ਮਿਲੂਗਾ। ਉਹ ਫਿਰ ਉਹਨਾਂ ਚਿਰ ਗੁਟਕਾ ਸਾਹਿਬ ਦਾ ਜਾਪ ਕਰਦੇ ਆ, ਉਹਨਾਂ ਚਿਰ ਜਾ ਕੇ ਲੰਗਰ 'ਚ ਸੇਵਾ ਕਰਦੇ ਆ ਜਿੰਨਾ ਚਿਰ ਕਾਰਜ ਨਹੀਂ ਪੂਰਾ ਹੁੰਦਾ। ਆਈ ਬਲਾ ਟਲਦੀ ਨਹੀਂ। ਜਦੋਂ ਟਲ ਗਈ ਫਿਰ ਗੁਟਕਾ ਸਾਹਿਬ ਉੱਥੇ ਹੀ, ਪੜਨਾ ਹੀ ਨਹੀਂ। ਫਿਰ ਸੇਵਾ ਆਖੇ ਜੀ ਵੇਲ ਹੀ ਨਹੀਂ ਮਿਲਦਾ। ਤੇ ਫਿਰ ਅਸੀਂ ਮਤਲਬੀ ਆ ਨਾ। ਕਿਹਾ ਨਾ ਕਬੀਰ, ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰਾ ਬਿਤ। ਫਿਰ ਤੂੰ ਕੰਮ ਪੈਣ ਤੋਂ ਚੇਤੇ ਕਰਦਾ, ਤੂੰ ਤਾਂ ਮਤਲਬ ਹੀ ਹੈ। ਤੇ ਕਹਾਉਣਾ ਹੈ ਕਿ ਮੈਂ ਤਾਂ ਮਹਾਰਾਜ ਦਾ ਅਨੰਨ ਸਿੱਖ ਹਾਂ, ਮੇਰੇ ਵਰਗੀ ਸਿੱਖੀ ਕਿਨ ਕਮਾਉਣੀ ਹੈ। ਮਨ ਦੇ ਵਿੱਚ ਤੇਰੇ ਭਰਮ ਇਹ ਹੈ, ਪਰ ਸਤਿਗੁਰੂ ਜੀ ਨਾਲ ਤੂੰ ਮਤਲਬ ਦੀ ਗੰਢ ਪਾਈ ਹੋਈ ਹੈ। ਜਦੋਂ ਤੇਰਾ ਕੋਈ ਕੰਮ ਰੁਕਦਾ ਹੈ ਫਿਰ ਆ ਕੇ ਭਾਈ ਜੀ ਕਰਿਓ ਅਰਦਾਸ, ਨਹੀਂ ਤਾਂ ਤੈਨੂੰ ਭਾਈ ਹੁਣਾਂ ਦੇ ਨੁਕਸ ਦਿਸਦੇ ਰਹਿੰਦੇ ਆ। ਜਦੋਂ ਤੇਰਾ ਹੱਥ ਪੱਥਰ ਥੱਲੇ ਆਉਂਦਾ ਉਦੋਂ ਤੈਨੂੰ ਭਾਈ ਜੀ ਤੇ ਸ਼ਰਧਾ ਆਉਂਦੀ ਹੈ, ਨਹੀਂ ਤੇ ਕਿੱਥੇ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਨਿਸ਼ਕਾਮੀ ਨਹੀਂ ਹੋ ਕੇ ਨਿਤਨੇਮ ਕਰਦਾ, ਪੜ੍ਹਨੀਆਂ 5 ਬਾਣੀਆਂ ਕੇਵਲ, ਤੇ ਕਿੱਡੀਆਂ ਲੰਮੀਆਂ ਅਰਦਾਸਾਂ ਦੀਆਂ ਲਿਸਟਾਂ ਤੂੰ ਰੱਖੀਆਂ ਹੁੰਦੀਆਂ, ਪੋਤੇ ਪੋਤੀਆਂ ਤੱਕ ਸਾਰਿਆਂ ਵਾਸਤੇ ਮੰਗਾਂ ਮੰਗੀਆਂ ਹੁੰਦੀਆਂ। ਇਹ ਤੂੰ ਭਜਨ ਵਿੱਚ ਚਿੱਤ ਜੋੜ ਲੇਂਗਾ, ਇਸ ਤਰ੍ਹਾਂ ਵੈਸ਼ਨਵ ਬਣ ਜਾਏਗਾ। ਇਸ ਤਰ੍ਹਾਂ ਵਾਹਿਗੁਰੂ ਦਾ ਭਗਤ ਨਹੀਂ ਬਣਿਆ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨਿਸ਼ਕਾਮੀ ਹੋ ਕੇ, ਭਾਵੇਂ ਕਿ ਸਾਰੀਆਂ ਦਾਤਾਂ ਗਰੀਬ ਨਵਾਜ ਦਿੰਦੇ ਐ, ਬਿਨਾਂ ਹੀ ਮੰਗਣ ਤੋਂ ਸੁਤੇ ਹੀ ਦੇ ਦਿੰਦੇ ਆ। ਜਿਹੜਾ ਨਾਮ ਵਿੱਚ ਚਿੱਤ ਲਾਉਂਦਾ ਹੈ, ਸਤਿਗੁਰੂ ਜੀ ਕਹਿੰਦੇ ਆ ਜਿਹੜਾ ਵੈਸ਼ਨਵ ਹੁੰਦਾ ਨਾ, ਉਹ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਮ ਕਰਦਾ ਹੈ, ਤੇ ਕਰਮ ਕਰਦਾ ਹੋਇਆ ਨਿਸ਼ਕਾਮੀ ਹੁੰਦਾ ਹੈ, ਕੋਈ ਇੱਛਾ ਨਹੀਂ ਹੁੰਦੀ। ਇੰਨੀ ਸੇਵਾ ਕਰਦੇ ਆ, ਫਿਰ ਵੀ ਮਹਾਰਾਜ ਤੋਂ ਕੁਝ ਨਹੀਂ ਮੰਗਦੇ। ਸੱਚੇ ਪਾਤਸ਼ਾਹ ਜੀ ਤਾਂ ਵੇਖਦੇ ਆ ਨਾ, ਮਹਾਰਾਜ ਦੀ ਇੰਨੀ ਬਾਣੀ ਪੜ੍ਹਦੇ ਆ, ਇੰਨਾ ਭਜਨ ਕਰਦੇ ਆ, ਕਦੇ ਕੋਈ ਉਹਨਾਂ ਦੇ ਮਨ ਦੇ ਅੰਦਰ ਸੰਕਲਪ ਹੀ ਨਹੀਂ ਆਉਂਦਾ, ਕੋਈ ਇੱਛਾ ਫੁਰਦੀ ਨਹੀਂ ਹੈ।
क्योंकि जिन वाहिगुरु नूं पाउणा ਉਹ ਸੰਸਾਰ ਨੂੰ ਤਿਆਗਣਾ ਪੈਂਦਾ ਹੈ। ਜੇ ਆਪਾਂ ਹੱਥਾਂ ਵਿੱਚ ਕੁਝ ਫੜਿਆ ਹੋਇਆ ਤੇ ਕੜਾ ਪ੍ਰਸ਼ਾਦ ਨਹੀਂ ਲਿਆ ਜਾਂਦਾ, ਹੱਥ ਖਾਲੀ ਕਰਨੇ ਪੈਂਦੇ ਐ। ਇਉਂ ਫੁਰਨਿਆਂ ਤੋਂ ਆਪਣੇ ਹੱਥ ਖਾਲੀ ਕਰੀਏ, ਮਨ ਰੂਪੀ ਹੱਥ, ਫਿਰ ਗੁਰੂ ਨਾਨਕ ਸਾਹਿਬ ਦੀ ਪ੍ਰਸਾਦ ਕਿਰਪਾ ਸਾਨੂੰ ਪ੍ਰਾਪਤ ਹੋਵੇਗੀ। ਮਹਾਰਾਜ ਕਹਿੰਦੇ ਭਾਈ ਇਹ ਵੈਸ਼ਨਵ ਦੇ ਲੱਖਣ ਹਨ। ਕਰਮ ਕਰਦਾ ਏ ਉਹ, ਤੇ ਕਰਮ ਕਰਦਾ ਹੋਇਆ ਨਿਸ਼ਕਾਮੀ ਹੁੰਦਾ ਹੈ। ਉਹਦੇ ਅੰਦਰ ਕੋਈ ਉਸ ਕਰਮ ਕੀਤੇ ਦੀ ਜਿਹੜੀ ਹੈ ਨਾ ਉਹਦੇ ਫਲ ਦੀ ਇੱਛਾ ਨਹੀਂ ਹੁੰਦੀ ਹੈ। ਕਰਮ ਕਰਤ ਹੋਵੇ ਨਹਿ ਕਰਮ, ਜਦੋਂ ਅਰਥ ਹੋ ਜਾਂਦੇ ਅਗਲੀ ਪੰਕਤੀ ਪੜ੍ਹੋ। ਤਿਸ ਵੈਸਨੋ ਕਾ ਨਿਰਮਲ ਧਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਉਸ ਵੈਸ਼ਨਵ ਦਾ ਮਹਾਰਾਜ ਕਹਿੰਦੇ ਉਜਲ ਧਰਮ ਹੁੰਦਾ ਹੈ। ਜਿਹੜਾ ਕਰਮ ਕਰਦਾ ਹੋਇਆ ਨਿਸ਼ਕਰਮ ਹੋ ਜਾਵੇ, ਨਿਸ਼ਕਾਮ ਹੋ ਜਾਵੇ, ਉਸ ਵੈਸ਼ਨਵ ਦਾ ਮਹਾਰਾਜ ਕਹਿੰਦੇ ਭਾਈ ਇਹ ਉਜਲ ਧਰਮ ਹੈ, ਉਜਲ ਮਰਿਆਦਾ ਹੈ ਉਸ ਦੀ। ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਜਲ ਹੈ ਧਰਮ ਉਸ ਦਾ ਵੈਸ਼ਨਵ ਦਾ। ਜਦੋਂ ਪੰਕਤੀ ਪੜ੍ਹਨੀ ਹੋਏ ਦੁਬਾਰਾ ਕਹਿ ਦਾਂਗੇ, ਅੱਗੇ ਪੜਿਆ ਕਰੋ। ਕਾਹੂ ਫਲ ਕੀ ਇੱਛਾ ਨਹੀਂ ਬਾਛਾ, ਕਾਹੂ ਫਲ ਕੀ ਇੱਛਾ ਨਹੀਂ ਬਾਛਾ। ਮਹਾਰਾਜ ਕਹਿੰਦੇ ਕਾਹੂ ਕਿਸੇ ਪ੍ਰਕਾਰ ਵੀ ਫਲ ਦੀ ਇੱਛਾ ਬਾਂਛੇ ਨਾ ਚਾਹੇ। ਜਦੋਂ ਕੋਈ ਕਰਮ ਕਰੀਏ ਨਾ ਤੇ ਸਾਧ ਸੰਗਤ ਜੀ ਉਹਦਾ ਫਲ ਮਨ ਵਿੱਚ ਪਹਿਲੋਂ ਚਾਹ ਲਈਏ। ਫਲੋ ਹਾਰ ਕੀਆ ਫਲ ਜਾਏ। ਜੇ ਤੁਸੀਂ ਕਰਮ ਦਾ ਫਲ ਹੀ ਮੰਗ ਲਿਆ ਤੇ ਕਰਮ ਖਤਮ ਹੋ ਗਿਆ, ਕਿਉਂਕਿ ਤੁਸੀਂ ਫਲ ਛਕ ਲਿਆ ਹੈ, ਫਲ ਵਾਸ਼ਨਾ ਅੰਦਰ ਕਰ ਲਈ ਹੈ। ਜਿਸ ਸੰਕਲਪ ਨੂੰ ਲੈ ਕਰਕੇ ਤੁਸੀਂ ਸੇਵਾ ਕਰਦੇ ਹੋ, ਜਿਸ ਸੰਕਲਪ ਨੂੰ ਲੈ ਕੇ ਨਾਮ ਜਪਦੇ ਆ, ਜਦੋਂ ਉਹ ਫਲ ਤੁਹਾਨੂੰ ਮਿਲ ਜਾਂਦਾ ਹੈ, ਕੀਤਾ ਹੋਇਆ ਕਰਮ ਜਿਹੜਾ ਤੁਹਾਡਾ ਉਹ ਫਿਰ ਤੁਹਾਨੂੰ ਫਲ ਦੇ ਦਿੰਦਾ ਹੈ। ਜਿਵੇਂ ਕਈ ਵਰਤ ਰੱਖਦੇ ਆ, ਕਈ ਹੋਰ ਕਰਾਂ ਦੇ ਕਰਮ ਕਰਦੇ ਆ, ਉਹ ਸਾਧ ਸੰਗਤ ਜੀ ਜਦੋਂ ਮਨ ਵਾਸ਼ਨਾ ਰੂਪੀ ਫਲ ਨੂੰ ਖਾ ਲੈਂਦਾ ਨਾ ਤੇ ਫਿਰ ਉਹ ਅੱਗੇ ਨਹੀਂ ਤੁਰ ਪਾਉਂਦਾ, ਪ੍ਰਭੂ ਤੱਕ ਨਹੀਂ ਜਾ ਸਕਦਾ ਹੈ। ਤੇ ਜੇ ਭਗਤੀ ਦੇ ਮਾਰਗ ਤੇ ਚੱਲਣਾ ਹੈ, ਵੈਸ਼ਨਵ ਭਗਤ ਦੇ ਮਾਰਗ ਤੇ ਚੱਲਣਾ ਹੈ, ਕਾਹੂ ਫਲ ਕੀ ਇੱਛਾ ਨਹੀਂ ਬਾਛਾ। ਕਾਹੂ ਕਿਸੇ ਪ੍ਰਕਾਰ ਵੀ ਉਹ ਫਲ ਦੀ ਇੱਛਾ ਨਹੀਂ ਚਾਹੁੰਦੇ ਹੁੰਦੇ ਕਿ ਇੰਨੀ ਸੇਵਾ ਕੀਤੀ ਹੈ ਮਹਾਰਾਜ ਸਾਨੂੰ ਇਹਦੇ ਬਦਲੇ ਫਲ ਦਿਓ। ਕਹਿੰਦੇ ਨਾ ਮਹਾਰਾਜ, ਇਹ ਤਾਂ ਤੁਸੀਂ ਕਰਾ ਲਈ ਹੈ ਸੱਚੇ ਪਾਤਸ਼ਾਹ। ਜੇ ਨਾਮ ਜਪਿਆ ਤੇ ਕਹਿੰਦੇ ਮਹਾਰਾਜ ਤੁਸੀਂ ਜਪਾ ਲਿਆ ਹੈ, ਤੁਸੀਂ ਮਿਹਰ ਕੀਤੀ ਹੈ। ਉਹ ਮਨ ਦੇ ਅੰਦਰ ਫਲ ਦੀ ਇੱਛਾ ਜਿਹੜੀ ਹੈ ਨਾ ਕਿਸੇ ਪ੍ਰਕਾਰ ਵੀ ਨਹੀਂ ਬਾਂਛਦੇ, ਨਹੀਂ ਚਾਹੁੰਦੇ ਹਨ। ਕੇਵਲ ਭਗਤ ਕੀਰਤਨ ਸੰਗ ਰਾਚਾ, ਕੇਵਲ ਤੇ ਕੇਵਲ ਇੱਕੋ ਇੱਕ ਵਾਹਿਗੁਰੂ ਦੀ ਕੀਰਤਨ ਭਗਤੀ ਦੇ ਅੰਦਰ ਉਹ ਰਚੇ ਰਹਿੰਦੇ ਆ, ਤਦਾਕਾਰ ਹੁੰਦੇ ਆ, ਮਿਲੇ ਰਹਿੰਦੇ ਆ। ਇੱਕੋ ਇੱਕ ਵਾਹਿਗੁਰੂ ਦੀ ਭਗਤੀ ਦੇ ਅੰਦਰ ਹੀ ਇੱਕ ਰਸ ਉਹਨਾਂ ਦਾ ਸਾਧ ਸੰਗਤ ਜੀ ਚਿੱਤ ਸਮਾਇਆ ਰਹਿੰਦਾ ਹੈ। ਇੱਕ ਰਸ ਇਉਂ ਰਚੇ ਰਹਿੰਦੇ ਆ ਜਿਉਂ ਜਲ ਮੈਂ ਜਲ ਆਏ ਖਟਾਨਾ, ਇਸ ਤਰ੍ਹਾਂ ਤਿਉਂ ਜੋਤੀ ਸੰਗ ਜੋਤ ਸਮਾਨਾ। ਇਉਂ ਉਹਨਾਂ ਦਾ ਮਨ ਜਿਹੜਾ ਹਰ ਵੇਲੇ ਵਾਹਿਗੁਰੂ ਦੀ ਕੀਰਤਨ ਭਗਤੀ ਦੇ ਅੰਦਰ, ਕੀਰਤੀ ਦੇ ਅੰਦਰ, ਜਸ ਦੇ ਅੰਦਰ ਮਿਲਿਆ ਰਹਿੰਦਾ ਹੈ। ਫਲ ਦੀ ਇੱਛਾ ਤਾਂ ਹੀ ਹੋਵੇ ਨਾ ਕਿ ਜੇ ਉਹਨਾਂ ਦਾ ਮਨ ਉਸ ਪ੍ਰੀਤ ਵਿੱਚੋਂ ਉਥਾਨ ਹੋਵੇ, ਪ੍ਰੇਮ ਵਿੱਚ ਮਨ ਲੀਨ ਹੋਇਆ ਰਹਿੰਦਾ। ਇਸ ਕਰਕੇ ਉਹ ਕਿਸੇ ਪ੍ਰਕਾਰ ਦੀ ਫਲ ਦੀ ਇੱਛਾ ਨਹੀਂ ਚਾਹੁੰਦੇ। ਮਹਾਰਾਜ ਤਾਂ ਇਹ ਵੀ ਕਹਿ ਦਿੰਦੇ ਆ ਕਿ ਧਰਤੀ ਦਾ ਰਾਜ ਲੈ ਲੈ, ਕਿ ਮਹਾਰਾਜ ਕੀ ਕਰਨਾ ਹੈ। ਬੋਰੀ ਦੇ ਉੱਤੇ ਬੈਠੇ ਹੋਏ ਕਹਿੰਦੇ ਇੰਦਰ ਨੂੰ ਵੀ ਉਹ ਸੁੱਖ ਨਹੀਂ, ਉਹ ਸੱਥਰ ਤੇ ਬੈਠੇ ਕਹਿੰਦੇ ਬੜਾ ਆਨੰਦ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਉਹ ਖੇੜੇ ਖੁਸ਼ੀ ਮਹਾਰਾਜ ਕਹਿੰਦੇ ਪੱਠ ਵਰਗੇ ਆ ਜਿੱਥੇ ਤੇਰੀ ਯਾਦ ਨਹੀਂ, ਜਿੱਥੇ ਤੇਰਾ ਪਿਆਰ ਨਹੀਂ। ਤੇ ਮਾਛੀਵਾੜੇ ਦਾ ਸੱਥਰ ਸਤਿਗੁਰੂ ਜੀ ਕਹਿੰਦੇ ਯਾਰ ਦੀ ਪ੍ਰੀਤ ਵਿੱਚ, ਉਹਦੇ ਰੰਗ ਦੇ ਵਿੱਚ ਰੰਗੇ ਹੋਏ ਸਤਿਗੁਰੂ ਜੀ ਕਹਿੰਦੇ ਸਾਨੂੰ ਇਹ ਸੱਥਰ ਚੰਗਾ ਹੈ, ਇਹ ਟਿੰਡ ਦਾ ਸਰਾਣਾ ਚੰਗਾ ਹੈ। ਤਾਂ ਹੀ ਤਾਂ ਮਹਾਰਾਜ ਫਿਰ ਵਜਦ ਵਿੱਚ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਰਮੇਸ਼ਰ ਦੇ ਸਨਮੁਖ ਇਹ ਬਚਨ ਕਹੇ ਸਾਹਿਬਜ਼ਾਦਿਆਂ ਨੂੰ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਵੇਂ ਉਹ ਸ਼ਹਾਦਤ ਦਿੱਤੀ ਹੈ ਤੇ ਸਾਹਿਬਜ਼ਾਦਿਆਂ ਦੀਆਂ ਰੂਹਾਂ ਆ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਮਹਾਰਾਜ ਕੀ ਸੁਨੇਹਾ ਦਈਏ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਸ਼ਬਦ ਉਸ ਸਮੇਂ ਮਾਛੀਵਾੜੇ ਦੀ ਧਰਤੀ ਤੇ ਮਹਾਰਾਜ ਉਚਾਰਨ ਕੀਤਾ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਭਗਤ ਹੁੰਦਾ ਨਾ ਉਹਦੇ ਮਨ ਦੇ ਅੰਦਰ ਕੇਵਲ ਤੇ ਕੇਵਲ ਭਗਤੀ ਦੀ ਪ੍ਰੀਤ ਹੈ।
ਵਾਹਿਗੁਰੂ ਦੇ ਪਿਆਰ ਵਿੱਚ ਉਹਨਾਂ ਦਾ ਮਨ ਰਚਿਆ ਰਹਿੰਦਾ ਹੈ, ਇੱਕਮਿਕ ਰਹਿੰਦਾ ਹੈ। ਅਸੀਂ ਕਰਦੇ ਬਹੁਤ ਥੋੜਾ ਹਾਂ, ਪਰ ਸਾਡਾ ਮਨ ਦਾ ਸੰਕਲਪ ਬਹੁਤ ਵੱਡਾ ਹੁੰਦਾ ਹੈ। ਉਨੀ ਸੇਵਾ ਨਹੀਂ ਕੀਤੀ, ਉਹਨਾਂ ਸਿਮਰਨ ਨਹੀਂ ਕੀਤਾ ਜਿੱਡਾ ਵੱਡਾ ਅਸੀਂ ਸੰਕਲਪ ਕਰ ਲੈਨੇ ਹਾਂ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਵੇਂ ਭਗਤੀ ਦੀ ਦਾਤ ਪ੍ਰਾਪਤ ਹੋਵੇ, ਕਿਵੇਂ ਮਨ ਨੂੰ ਟਿਕਾ ਮਿਲੇ, ਕਿਉਂਕਿ ਭਗਤੀ ਦਾ ਇਹ ਮਾਰਗ ਹੀ ਨਹੀਂ ਜਿਹੜਾ ਤੂੰ ਮਾਰਗ ਪਕੜਿਆ ਹੋਇਆ ਹੈ। ਹਜੂਰ ਕਹਿੰਦੇ ਉਹ ਭਾਈ ਭਗਤ ਹੁੰਦਾ ਹੈ, ਵੈਸ਼ਨਵ ਹੁੰਦਾ ਹੈ, ਜਿਹਦਾ ਕੇਵਲ ਤੇ ਕੇਵਲ ਵਾਹਿਗੁਰੂ ਦੀ ਕੀਰਤੀ ਵਿੱਚ, ਵਾਹਿਗੁਰੂ ਦੇ ਨਾਮ ਜਸ ਦੇ ਅੰਦਰ, ਭਗਤੀ ਦੇ ਅੰਦਰ ਮਨ ਰਚਿਆ ਰਹੇ, ਮਿਲਿਆ ਰਹੇ, ਕਿਸੇ ਪ੍ਰਕਾਰ ਫਲ ਦੀ ਇੱਛਾ ਨਾ ਕਰੇ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਦੇ ਅੰਦਰ ਵੀ ਤੇ ਤਨ ਸਰੀਰ ਦੇ ਅੰਦਰ ਵੀ ਸਿਮਰਨ ਹੋਵੇ ਪ੍ਰithvi ਦੇ ਪਾਲਕ ਦਾ। ਮਨ ਵੀ ਭਜਨ ਵਿੱਚ ਜੁੜਿਆ ਰਹਿੰਦਾ ਹੋਵੇ ਤੇ ਤਨ ਤੋਂ ਜੀਭਾ ਵੀ, ਨੇਤਰ ਵੀ, ਨੱਕ ਵੀ, ਕੰਨ ਵੀ ਸਾਰੇ ਭਜਨ ਵਿੱਚ ਹੀ ਲੀਨ ਹੋਣ। ਭਗਤੀ ਦੀ ਸੁਗੰਧੀ ਮਾਣਦਾ ਹੋਵੇ, ਕੰਨਾਂ ਵਿੱਚ ਨਾਮ ਅੰਮ੍ਰਿਤ ਘੁਲਿਆ ਹੋਵੇ, ਰਸਨਾ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਾਪ ਹੋਵੇ। ਹਿਰਦੇ ਦੀ ਧੜਕਣ ਦੇ ਵਿੱਚ ਵੀ ਜਿੱਥੇ ਦਿਲ ਟਕ ਟਕ ਚੱਲਦਾ ਉੱਥੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁੰਦਾ ਹੋਵੇ। ਮਹਾਰਾਜ ਕਹਿੰਦੇ ਭਾਈ ਉਹ ਭਗਤ ਹੁੰਦਾ ਜਿਹਦੇ ਮਨ ਤੇ ਤਨ ਵਿੱਚ ਪ੍ਰithvi ਦੇ ਪਾਲਕ ਦਾ ਵਾਸ ਹੁੰਦਾ ਏ। ਸਭ ਉਪਰ ਹੋਵਤ ਕਿਰਪਾਲ। ਫਿਰ ਮਹਾਰਾਜ ਕਹਿੰਦੇ ਭਾਈ ਐਡੀ ਤਾਕਤ ਦਾ ਜਦੋਂ ਮਾਲਕ ਹੋਵੇ ਤੇ ਫਿਰ ਭਗਤ ਦਾ ਕੀ ਸੁਭਾਅ ਹੁੰਦਾ ਹੈ? ਉਹ ਤਿੱਖੇ ਸੁਭਾਅ ਨਾਲ ਕਿਸੇ ਨੂੰ ਸਰਾਪ ਨਹੀਂ ਦਿੰਦਾ, ਕਿਸੇ ਨੂੰ ਕੋਈ ਕਿਸੇ ਪ੍ਰਕਾਰ ਮਾੜਾ ਬੋਲ ਨਹੀਂ ਕਹਿੰਦਾ। ਸਭ ਉਪਰ ਹੋਵਤ ਕਿਰਪਾਲ, ਉਹ ਸਭ ਦੇ ਉੱਤੇ ਕਿਰਪਾ ਦੀ ਦ੍ਰਿਸ਼ਟੀ ਕਰਦੇ, ਸਾਰਿਆਂ ਦੇ ਉੱਤੇ ਕਿਰਪਾਲੂ ਹੁੰਦੇ ਐ। ਹਰੇਕ ਦੇ ਵੱਲ ਚੋਰ ਹੋਵੇ, ਭਲਾ ਮਾਨਸ ਹੋਵੇ, ਸਭ ਵੱਲ ਇੱਕੋ ਹੀ ਨਿਗਾਹ ਨਾਲ ਵੇਖਦੇ ਐ। ਸਭ ਦੇ ਉੱਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਵਾਹਿਗੁਰੂ ਦਾ ਭਗਤ। ਆਪ ਦ੍ਰਿੜਾ ਅਵਰਹ ਨਾਮ ਜਪਾਵਾ। ਆਪ ਵੀ ਉਹ ਨਾਮ ਨੂੰ ਦ੍ਰਿੜ ਕਰਨ ਵਾਲਾ ਹੋਵੇ। ਵੈਸ਼ਨਵ ਦੇ ਲੱਖਣ ਮਹਾਰਾਜ ਕਹਿੰਦੇ ਐ, ਜੇ ਆਪ ਤਾਂ ਦ੍ਰਿੜ ਕੀਤਾ ਨਹੀਂ ਤੇ ਦੂਸਰਿਆਂ ਨੂੰ ਜੁਗਤੀਆਂ ਲਾ ਲਾ ਕੇ ਦਸੀਆਂ ਕਿ ਐ ਭਜਨ ਕਰੀਦਾ, ਐ ਸੁਰਤ ਟਿਕਾਈਦੀ ਐ, ਖੱਬੀ ਨਾਸਕਾ ਰਹੀ ਚੜਾਈਦਾ ਹੈ। ਜਦੋਂ ਗਰਮੀ ਵੱਜਦੇ ਉਦੋਂ ਖੱਬੀ ਜਿਹੜੀ ਉਹ ਸੁਰ ਵਰਤੀ ਦੀ ਐ ਚੰਦਰਮਾ ਵਾਲੀ, ਜਦੋਂ ਠੰਡ ਵੱਧ ਜੇ ਫਿਰ ਸੱਜੀ ਸੂਰਜ ਵਾਲੀ ਸੁਰ ਨੂੰ ਵਰਤੀਦਾ ਹੈ। ਐ ਜਿਹੜਾ ਹੈ ਉਹ ਸੁਖਮਨਾ ਨਾੜੀ ਵਿੱਚ ਜਾ ਕਰਕੇ ਪ੍ਰਾਣ ਪਹੁੰਚਦੇ ਆ। ਜੁਗਤੀਆਂ ਤਾਂ ਪੜ ਪੜ ਕੇ ਸਾਰੀਆਂ ਪਾ ਲਈਆਂ, ਜੋਗ ਮਤ ਨੂੰ ਵੀ ਪੜ ਲਿਆ, ਹੋਰ ਸਾਰੇ ਵਿਦਾਂਤ ਨੂੰ ਪੜ ਲਿਆ, ਸਾਰਾ ਪਤਾ ਲੱਗ ਗਿਆ ਤੇ ਪਰ ਆਪ ਦ੍ਰਿੜ ਕੀਤਾ ਹੀ ਨਹੀਂ। ਤੇ ਫਿਰ ਉਹ ਹੈ ਕਿ ਦੂਸਰਿਆਂ ਨੂੰ ਦ੍ਰਿੜਾਇਆ ਹੈ। ਤੇ ਜਿਹੜਾ ਸੁਣ ਸੁਣ ਕੇ ਕੋਈ ਸਾਧ ਸੰਗਤ ਜੀ ਜਿਨ ਆਪ ਦ੍ਰਿੜ ਕਰ ਲਿਆ, ਗੁਰੂ ਨਾਨਕ ਸਾਹਿਬ ਜੀ ਦੇ ਇਹ ਉਪਦੇਸ਼ ਦੇ ਅੰਦਰ ਸੱਚੇ ਪਾਤਸ਼ਾਹ ਨੇ ਆਖਿਆ ਜਿਨ ਕਮਾ ਲਿਆ ਉਹ ਹੀ ਨਿਹਾਲ ਹੋਇਆ। ਚਾਹੇ ਹੁਣ ਸਰੋਤਾ ਹੈ ਚਾਹੇ ਬਖਤਾ ਹੈ, ਜੇ ਸੁਣ ਕੇ ਹੀ ਕੇਵਲ ਧਾਰਨ ਨਹੀਂ ਕੀਤਾ ਉਵੇਂ ਹੀ ਛੱਡ ਛੱਡਿਆ, ਜੇ ਬਖਤੇ ਨੇ ਬੋਲ ਕੇ ਹੀ ਛੱਡ ਦਿੱਤਾ ਧਾਰਨ ਨਹੀਂ ਕੀਤਾ ਹੈ, ਦ੍ਰਿੜ ਨਹੀਂ ਕੀਤਾ। ਆਪ ਦ੍ਰਿੜ ਕਰਨਾ ਹੁੰਦਾ ਬਾਰੰਬਾਰ ਬਾਰ ਪ੍ਰਭ ਜਪੀਏ, ਬਾਰ ਬਾਰ ਜਪਣਾ, ਇਹ ਦ੍ਰਿੜ ਕਰਨਾ ਹੁੰਦਾ, ਗੁਰੂ ਜੀ ਦੇ ਮੰਤਰ ਨੂੰ ਕਮਾਉਣਾ। ਤੇ ਆਪ ਦ੍ਰਿੜਾ ਅਵਰਹ ਨਾਮ ਜਪਾਵੇ, ਦੂਸਰਿਆਂ ਨੂੰ ਫਿਰ ਨਾਮ ਜਪਾਵੇ। ਇਹ ਨਹੀਂ ਕਿ ਆਪ ਦ੍ਰਿੜ ਕਰੇ ਹੀ ਨਾ, ਆਪ ਗੁਰਮੰਤਰ ਜਪੇ ਹੀ ਨਾ ਤੇ ਦੂਸਰਿਆਂ ਨੂੰ ਕਹੀ ਜਾਵੇ ਕਿ ਇਹਦਾ ਜਪਣ ਦੇ ਵਿੱਚ ਜੀ ਇਸ ਤਰ੍ਹਾਂ ਜਪੀਦਾ, ਵਾਹੇ ਕਿਆਂ ਸਾਹ ਖਿੱਚੀਦਾ, ਗੁਰੂ ਕਿਆਂ ਬਾਹਰ ਕੱਢੀਦਾ, ਕਈ ਤਰੀਕੇ ਦੱਸੇ ਤੇ ਆਪ ਕਰੇ ਹੀ ਕੱਖ ਨਾ। ਫਿਰ ਮਹਾਰਾਜ ਕਹਿੰਦੇ ਭਾਈ ਇਉਂ ਕਈ ਜਿਹੜੇ ਆ ਨਾ ਉਹ ਮਸ਼ਹੂਰੀ ਵਾਸਤੇ ਕਿ ਮੈਂ ਇੰਨਿਆਂ ਨੂੰ ਅੰਮ੍ਰਿਤ ਛਕਾਇਆ, ਮੈਂ ਇੰਨਿਆਂ ਨੂੰ ਅੰਮ੍ਰਿਤ ਛਕਾਇਆ। ਬਈ ਅੰਮ੍ਰਿਤ ਦੇ ਦਾਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ ਤੇ ਪੰਜ ਪਿਆਰਿਆਂ ਦੀ ਮਰਿਆਦਾ ਮਹਾਰਾਜ ਦੱਸੀ ਹੈ। ਕੱਲਾ ਕੌਣ ਹੈ ਕਿ ਮੈਂ ਕਹਿ ਸਕਦਾ ਕਿ ਮੈਂ ਅੰਮ੍ਰਿਤ ਛਕਾਇਆ ਹੈ? ਇਸ ਤਰ੍ਹਾਂ ਕਹਿਣਾ ਜਿਹੜਾ ਨਾ ਉਹ ਠੀਕ ਨਹੀਂ ਹੈ। ਇਹ ਹਉਮੈ ਦਾ ਵਾਚਕ ਹੁੰਦਾ ਹੈ, ਮੈਂ ਇੰਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ। ਭਾਈ ਅੰਮ੍ਰਿਤ ਦੇ ਦਾਤੇ ਤਾਂ ਸਤਿਗੁਰੂ ਜੀ ਆ, ਇਹ ਦਾਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਹੈ। ਤੇ ਪੰਜ ਪਿਆਰੇ ਸਾਹਿਬਾਨ ਗੁਰੂ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਿੰਦੇ ਐ। ਜਿਨ ਆਪ ਦ੍ਰਿੜ ਕਰ ਲਿਆ ਨਾ, ਮਹਾਰਾਜ ਕਹਿੰਦੇ ਫਿਰ ਉਹ ਦੂਸਰੇ ਨੂੰ ਜਪਾਵੇ। ਤੇ ਜਦੋਂ ਇਹੋ ਜਿਹਾ ਜਪਾਉਂਦਾ ਨਾ ਕੋਈ ਆਪ ਦ੍ਰਿੜ ਕਰਨ ਵਾਲਾ, ਜਿਹਦੇ ਅੰਦਰ ਆਪ ਗੁਰਮੰਤਰ ਦ੍ਰਿੜ ਹੋਇਆ ਪਿਆ ਹੈ, ਸਾਧ ਸੰਗਤ ਜੀ ਉਹਦੇ ਇੱਕ ਸ਼ਬਦ ਕਹਿੰਦਿਆਂ ਹੀ ਠੰਡ ਵਰਤ ਜਾਂਦੀ ਹੈ।
ਉਹਦੇ ਥੋੜੇ ਜਿਹੇ ਉਪਦੇਸ਼ ਦੇ ਨਾਲ ਹੀ, ਕਿਨਕਾ ਮਾਤਰ ਉਪਦੇਸ਼ ਦੇ ਨਾਲ ਹੀ ਬੜੇ ਬੜੇ ਜੀਆਂ ਨੂੰ ਨਾਮ ਜਿਹੜਾ ਨਾ ਉਹ ਦ੍ਰਿੜ ਹੋ ਜਾਂਦਾ ਹੈ। ਹਜੂਰ ਫਰਮਾਉਂਦੇ ਹਨ, ਇਹ ਪੰਕਤੀ ਫਿਰ ਪੜੋ। ਆਪ ਦ੍ਰਿੜਾ ਅਵਰਹ ਨਾਮ ਜਪਾਵਾ। ਆਪ ਨਾਮ ਨੂੰ ਦ੍ਰਿੜ ਕਰੇ, ਬਾਰ-ਬਾਰ ਪੱਕਾ ਵਿਸ਼ਵਾਸ ਦੇ ਸਹਿਤ ਨਾਮ ਨੂੰ ਅੰਦਰ ਟਿਕਾਇਆ ਹੋਵੇ ਤੇ ਦੂਸਰਿਆਂ ਨੂੰ ਨਾਮ ਦੇ ਜਪਣ ਦੀ ਸਿੱਖਿਆ ਦਿੰਦਾ ਹੋਵੇ। ਨਾਨਕ ਉਹ ਵੈਸਨੋ ਪਰਮ ਗਤ ਪਾਵਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਵੈਸ਼ਨਵ ਹੈ, ਉਹ ਭਗਤ ਹੈ ਤੇ ਪਰਮ ਗਤੀ ਨੂੰ, ਉਹ ਕੇਵਲ ਮੁਕਤੀ ਨੂੰ ਪਾ ਲੈਂਦਾ ਹੈ। ਵਾਹਿਗੁਰੂ ਦੀ ਅਭੇਦਤਾ ਦੀ ਦਾਤ ਉਹ ਪਾ ਲੈਂਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਵੈਸ਼ਨਵ ਦੇ ਲੱਖਣ ਮਹਾਰਾਜ ਜੀ ਨੇ ਕਥਨ ਕੀਤੇ ਹੈ ਤੇ ਅੱਗੇ ਭਗਉਤੀਆਂ ਦੇ ਲੱਖਣ ਮਹਾਰਾਜ ਜੀ ਕਹਿਣੇ ਆ। ਤੇ ਉਹ ਸਾਧ ਸੰਗਤ ਜੀ ਪੌੜੀ ਆਰੰਭ ਕੀਤੀ ਤੇ ਸਮਾਂ ਨਹੀਂ ਹੁਣ, ਕਿਉਂਕਿ 9 ਵੱਜ ਚੁੱਕੇ ਆ। ਇਸ ਕਰਕੇ ਅੱਜ ਚੌਂਕੀ ਸਾਹਿਬ ਆਰੰਭਤਾ ਹੋਈ ਸੀਗੀ, ਤੋ ਇੱਕ ਪੌੜੀ ਦੀ ਹੀ ਕੇਵਲ ਕਥਾ ਹੋ ਸਕੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਕੱਲ ਨੂੰ ਅੱਗੇ ਆਪਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਸਧਾਰੀਆਂ ਦੇ, ਭਗਉਤੀਆਂ ਦੇ ਤੇ ਪੰਡਤਾਂ ਦੇ ਲੱਖਣ ਮਹਾਰਾਜ ਜੀ ਕਥਨ ਕਰਨਗੇ। ਫਿਰ ਜਿਹੜੇ ਦਾਸ ਆ ਉਹਨਾਂ ਦੇ ਲੱਖਣ ਵੀ, ਕਿ ਦਾਸ ਕਿਹੋ ਜਿਹਾ ਹੁੰਦਾ। ਆਪਾਂ ਵੀ ਲਿਖ ਲੈਂਦੇ ਆ ਜੀ ਗੁਰੂ ਜੀ ਦੇ ਦਾਸ, ਪਰ ਮਹਾਰਾਜ ਦਾਸ ਦੇ ਲੱਖਣ ਵੀ ਕਥਨ ਕਰਨਗੇ ਸੱਚੇ ਪਾਤਸ਼ਾਹ, ਕਿ ਦਾਸਾ ਭਾਵ ਧਾਰਿਆ ਕਿਵੇਂ ਜਾਂਦਾ ਹੈ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸਾਧ ਸੰਗਤ ਜੀ, ਗਿਆਨ ਦਾ ਏਡਾ ਵੱਡਾ ਪ੍ਰਸਾਦ ਹੋਰ ਕਿਧਰੋਂ ਨਹੀਂ ਮਿਲ ਸਕਦਾ, ਕਿਉਂਕਿ ਇੱਕ ਇੱਕ ਅੰਗ ਨੂੰ ਗ੍ਰੰਥ ਕਥਨ ਕਰਦੇ ਐ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜੂਰ ਦੀ ਬਾਣੀ ਨਿਰੰਕਾਰ ਦੇ ਪ੍ਰਕਾਸ਼ ਨੂੰ ਬਖਸ਼ਿਸ਼ ਕਰਨ ਵਾਲੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਯਥਾਰਥ ਸੁਖ ਨੂੰ ਅੰਦਰ ਬਖਸ਼ਿਸ਼ ਕਰਨ ਵਾਲੀ ਹੈ। ਜਿਨ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਪਿਆਰ ਕੀਤਾ, ਸਾਧ ਸੰਗਤ ਜੀ ਉਹਨੂੰ ਸਭ ਕੁਝ ਪਾ ਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਪ੍ਰਾਪਤੀ ਦਾ, ਭਗਤ ਬਣਨ ਦਾ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਰਾਹ ਦਿਖਾਇਆ ਹੈ ਕਿ ਭਗਤ ਅੰਦਰ ਕਿਹੋ ਜਿਹੇ ਲੱਖਣ ਹੁੰਦੇ ਐ। ਕੇਵਲ ਬਾਹਰੀ ਚਿੰਨ ਧਾਰਨ ਕਰਨ ਨਾਲ, ਕੁਝ ਚੀਜ਼ਾਂ ਦੇ ਛੱਡਣ ਨਾਲ ਵੈਸ਼ਨਵ ਨਹੀਂ ਬਣਿਆ ਜਾਂਦਾ। ਵੈਸ਼ਨਵ ਦੇ ਲੱਖਣ ਮਹਾਰਾਜ ਜੀ ਕਥਨ ਕਰਕੇ ਦੱਸੇ ਐ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਆਪ ਦ੍ਰਿੜਾ ਅਵਰਹ ਨਾਮ ਜਪਾਵਾ। ਨਾਨਕ ਉਹ ਵੈਸਨੋ ਪਰਮ ਗਤ ਪਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।